ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਤਨਾਮ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ ਜੀ। ਤੇ ਅੱਜ ਦੀ ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ 2 ਮਿੰਟ ਤੁਹਾਡੇ ਨਾਲ ਆਪਾਂ ਗੱਲ ਕਰਾਂਗੇ ਜੀ। ਜਿਹੜਾ ਰੀਸੈਂਟਲੀ ਹੁਣੀ ਨੋਟੀਫਿਕੇਸ਼ਨ ਆਊਟ ਹੋਇਆ ਜੀ ਕੋਆਪਰੇਟਿਵ ਬੈਂਕ ਦਾ। ਹੁਣ ਕੋਆਪਰੇਟਿਵ ਬੈਂਕ ਦੇ ਵਿੱਚ ਦਾ ਨੋਟੀਫਿਕੇਸ਼ਨ ਆਊਟ ਹੋ ਗਿਆ, ਪੋਸਟਾਂ ਆ ਗਈਆਂ ਜੀ। ਤੁਸੀਂ ਸਾਰੇ ਜਣੇ ਅੱਜ ਤੋਂ ਹੀ ਮਤਲਬ ਹੁਣੇ ਤੋਂ ਹੀ ਆਪਦੀ ਤਿਆਰੀ ਸ਼ੁਰੂ ਕਰ ਦਿਓ ਜੀ ਵਧੀਆ ਤਰੀਕੇ ਦੇ ਨਾਲ, ਕਿਉਂਕਿ ਹੁਣ ਪੋਸਟਾਂ ਆ ਗਈਆਂ ਜੀ। ਤੁਸੀਂ ਇਸ ਚੀਜ਼ ਦੀ ਵੇਟ ਨਾ ਕਰਿਓ ਕਿ ਫਾਰਮ ਭਰਾਂਗੇ ਫਿਰ ਡੇਟ ਆਊਗੀ ਪੇਪਰ ਦੀ ਤੇ ਉਸ ਹਿਸਾਬ ਨਾਲ ਆਪਾਂ ਤਿਆਰੀ ਕਰਾਂਗੇ। ਇਦਾਂ ਨਹੀਂ ਕਰਨਾਗਾ, ਆਪਾਂ ਹੁਣੇ ਤੋਂ ਹੀ ਪੇਪਰਾਂ ਦੀ ਤਿਆਰੀ ਸ਼ੁਰੂ ਕਰਨੀ ਆ ਵਧੀਆ ਤਰੀਕੇ ਦੇ ਨਾਲ। ਜਿਹੜੇ ਸਬਜੈਕਟ ਤੁਹਾਡੇ ਸਟਰੋਂਗ ਆ ਜੀ ਉਹਨਾਂ ਨੂੰ ਹੋਰ ਸਟਰੋਂਗ ਕਰਨਾਗਾ, ਤੇ ਜਿਹੜੇ ਸਬਜੈਕਟ ਵੀਕ ਆ ਉਹਨਾਂ ਤੇ ਵਰਕ ਕਰਕੇ ਉਹਨਾਂ ਨੂੰ ਵੀ ਸਟਰੋਂਗ ਬਣਾਉਣਾ। ਜਿਹੜੇ ਲਾਸਟ ਈਅਰ ਪੇਪਰ ਹੋਏ ਆ ਕਿਸੇ ਨੇ ਬਹੁਤ ਸਾਰੇ ਸਟੂਡੈਂਟ ਕੁਝ ਪੁਆਇੰਟਾਂ ਤੋਂ ਕੁਝ ਨੰਬਰਾਂ ਤੋਂ ਰਹਿ ਗਏ। ਐਤਕੀ ਆਪਾਂ ਕੋਈ ਕਸਰ ਨਹੀਂ ਛੱਡਣੀ ਜੀ, ਤੇ ਐਤਕੀ ਆਪਾਂ 100% ਜੌਬ ਲੈਣ ਲਈ ਟਰਾਈ ਕਰਨਾਗਾ ਵੀ ਆਪਾਂ ਜੌਬ ਲੈਣੀ ਹੀ ਲੈਣੀ ਹੈ। ਤਾਂ ਤੁਸੀਂ ਮਿਹਨਤ ਕਰਨੀ ਸ਼ੁਰੂ ਕਰ ਦਿਓ ਜੀ, ਜੁਟ ਜੋ ਰੈਗੂਲਰ ਹੋ ਜਾਓ ਹੁਣ ਸਟੱਡੀ ਦੇ ਵਿੱਚ। ਹੁਣ ਅੱਗੇ ਤਾਂ ਸੀ ਕਿ ਆਪਾਂ ਤਿਆਰੀ ਕਰ ਰਹੇ ਚਲੋ ਪੋਸਟਾਂ ਆਉਣਗੀਆਂ, ਹੁਣ ਪੋਸਟਾਂ ਆ ਚੁੱਕੀਆਂ ਨੇ। ਹੁਣ ਤੁਸੀਂ ਬਸ ਲੇਜ਼ੀ ਨਹੀਂ ਹੋਣਾਗਾ, ਤਿਆਰੀ ਦੇ ਵਿੱਚ ਜੁਟ ਜਾਓ ਤੁਸੀਂ ਜੀ, ਠੀਕ ਹੈ। ਤੇ ਬਾਕੀ ਜਿੰਨਾ ਵੀ ਸਾਡੇ ਵੱਲੋਂ ਤੁਹਾਨੂੰ ਹੈਲਪ ਦੀ ਲੋੜ ਹੋਊਗੀ ਤਾਂ ਤੁਹਾਨੂੰ ਨਾਲ ਦੀ ਨਾਲ ਮਿਲਦੀ ਰਹੂਗੀ ਜੀ। ਜਿਵੇਂ ਬਹੁਤ ਸਾਰੇ ਸਟੂਡੈਂਟ ਕਹਿ ਰਹੇ ਸੀ ਕਿ ਮੰਥਲੀ ਕਰੰਟ ਅਫੇਅਰ ਦੀ ਵੀ ਵੀਡੀਓ ਕਰਾ ਦਿਓ, ਤਾਂ ਤੁਹਾਡੇ ਵਾਸਤੇ ਮੰਥਲੀ ਕਰੰਟ ਦੀ ਜਿਹੜੀ ਵੀਡੀਓਜ਼ ਨੇ ਇਸ ਮੰਥ ਦੀਆਂ ਤਿਆਰ ਕਰ ਰਹੇ ਹਾਂ ਜੀ। ਇਹਦੇ 'ਚ ਤੁਹਾਨੂੰ ਸਾਰੇ ਨੈਸ਼ਨਲ ਜਿੰਨੇ ਵੀ ਆਪਣੇ ਹੋਏ ਨੇ ਨਿਊਜ਼ ਉਹਨਾਂ ਦੀ ਇੱਕ ਵੀਡੀਓ ਪ੍ਰੋਵਾਈਡ ਕਰਵਾਈ ਜਾਊ ਪੂਰੇ ਮੰਥ ਦੀ। ਬੁੱਕ ਐਂਡ ਆਥਰਸ ਦੀ ਵੀ ਵੀਡੀਓ ਦਿੱਤੀ ਜਾਊਗੀ, ਅਵਾਰਡਸ ਦੀ ਅਲੱਗ ਤੋਂ ਵੀਡੀਓ ਦਿੱਤੀ ਜਾਊਗੀ ਜੀ, ਇੰਟਰਨੈਸ਼ਨਲ ਦੀ ਅਲੱਗ ਤੋਂ ਵੀਡੀਓ ਦਿੱਤੀ ਜਾਊਗੀ ਜੀ। ਤੁਹਾਡੇ ਵਾਸਤੇ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰੀ ਨੂੰ ਤੁਹਾਡੀ ਨੂੰ ਹੋਰ ਇੰਪਰੂਵ ਕਰਨ ਦੇ ਲਈ ਆਪਾਂ ਬਹੁਤ ਵਧੀਆ ਪਲਾਨ ਕਰ ਚੁੱਕੇ ਹਾਂ ਜੀ, ਜਿਹੜਾ ਕਿ ਤੁਹਾਨੂੰ ਹੌਲੀ ਹੌਲੀ ਮਿਲਦਾ ਰਹੂਗਾ। ਤੇ ਤੁਸੀਂ ਸਾਰੇ ਜਣੇ ਜਿਹੜੇ ਸਟੂਡੈਂਟ ਅੱਜ ਪਹਿਲੀ ਵਾਰੀ ਸਾਡੀ ਵੀਡੀਓ ਦੇਖ ਰਹੇ ਆ ਜੀ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਹੁਣ ਵੀਡੀਓਜ਼ ਵਗੈਰਾ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਜੇ ਮਿਲਦੀਆਂ ਆ ਰਹੀਆਂ ਸੀ ਉਹਨਾਂ ਨੂੰ ਹੋਰ ਆਪਾਂ ਇੰਪਰੂਵ ਕਰਕੇ ਜਿਹੜੇ ਸਟੂਡੈਂਟ ਦੀ ਡਿਮਾਂਡ ਆ ਰਹੀ ਹੈ ਮੰਥਲੀ ਵੀਡੀਓਜ਼ ਦੀ ਉਹ ਵੀ ਪ੍ਰਪੇਅਰ ਕਰ ਰਹੇ ਹਾਂ। ਤੇ PDF ਦੇ ਲਈ ਸਾਡੀ ਐਪ ਹੈ ਜੀ ਪੋਜ਼ਿਟਿਵ ਵਾਈਬ ਪੰਜਾਬ ਦੀ, ਤੁਸੀਂ ਪਲੇ ਸਟੋਰ ਤੋਂ ਜਾ ਕੇ ਡਾਊਨਲੋਡ ਕਰ ਲਓ ਜੀ। ਤੇ ਉਹਦੇ ਸਟੱਡੀ ਮਟੀਰੀਅਲ ਦੇ ਵਿੱਚ ਤੁਹਾਨੂੰ ਆਪਣੀਆਂ ਸਾਰੀਆਂ PDFs ਵਗੈਰਾ ਮਿਲ ਜਾਣਗੀਆਂ। ਤਾਂ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਆਪਾਂ ਅੱਜ ਦੀ ਕਲਾਸ ਦੀ। ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਜੀ 26 ਤੇ 27 ਅਪ੍ਰੈਲ ਦੇ ਕਰੰਟ ਅਫੇਅਰ। ਤੇ ਕਲਾਸ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਹੋਮਵਰਕ ਤੋਂ। ਪਹਿਲਾ ਕੁਐਸਚਨ ਤੁਹਾਨੂੰ ਦਿੱਤਾ ਗਿਆ ਸੀਗਾ ਜੀ ਕਿ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਉੱਤਮਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਕਿਹੜੇ ਜ਼ਿਲ੍ਹਿਆਂ ਨੂੰ ਦਿੱਤਾ ਗਿਆ। ਤਾਂ ਇਹ 2 ਜ਼ਿਲ੍ਹਿਆਂ ਨੂੰ ਦਿੱਤਾ ਗਿਆ ਜੀ। ਪਹਿਲਾ ਹੈ ਬਿਸ਼ਨੂਪੁਰ ਤੇ ਦੂਜਾ ਹੈ ਜੀ ਚੀਰੂ। ਬਿਸ਼ਨੂਪੁਰ ਆ ਜਿਹੜਾ ਇਹ ਮਣੀਪੁਰ ਦਾ ਇੱਕ ਡਿਸਟ੍ਰਿਕਟ ਹੈ ਜੀ, ਤੇ ਜਿਹੜਾ ਹੈਗਾ ਜੀ ਚੀਰੂ ਇਹ ਰਾਜਸਥਾਨ ਦਾ। ਨੈਕਸਟ ਤੁਹਾਨੂੰ ਦਿੱਤਾ ਗਿਆ ਸੀਗਾ ਜੀ ਦੂਜਾ ਕੁਐਸਚਨ ਕਿ 6th ਇੰਟਰਪ੍ਰੈਨਿਓਰਸ਼ਿਪ ਦਾ ਜਿਹੜਾ ਅਵਾਰਡ ਆ ਉਹ ਕਿਹੜੇ ਇੰਡੋ ਅਮਰੀਕਨ ਨੂੰ ਦਿੱਤਾ ਗਿਆ ਹੈ ਜੀ। ਤਾਂ ਉਹਨਾਂ ਦਾ ਨਾਮ ਹੈ ਜੀ ਵਿਵੇਕ ਲਾਲ, ਠੀਕ ਹੈ। ਤਾਂ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਪਹਿਲੇ ਕੁਐਸਚਨ ਤੋਂ। ਕੁਐਸਚਨ ਹੈ ਜੀ ਹਾਲ ਹੀ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਕੋਵਿਡ ਦੇ ਦੌਰਾਨ ਕਿਸ ਦੇਸ਼ ਦੇ ਨਾਗਰਿਕਾਂ ਨੂੰ ਜਾਰੀ ਕੀਤੇ ਟੂਰਿਸਟ ਵੀਜ਼ੇ ਮੁਅੱਤਲ ਕਰ ਦਿੱਤੇ ਹਨ। ਯਾਨੀ ਕਿ ਜੀ ਵੀਜ਼ੇ ਆ ਜਿਹੜੇ ਉਹ ਸਸਪੈਂਡ ਕਰਤੇ, ਬੰਦ ਕਰਤੇ ਆ ਜੀ, ਹੁਣ ਆਪਣੇ ਦੇਸ਼ ਨੇ ਦੇਣੇ ਜੀ। ਤਾਂ ਕਿਹਨਾਂ ਦੇ ਕੀਤੇ ਆ ਜੀ? ਆਪਸ਼ਨਾਂ ਨੇ ਚੀਨ, ਇਜ਼ਰਾਈਲ, ਫਰਾਂਸ, USA। ਤਾਂ ਇਹ ਕੀਤੇ ਗਏ ਆ ਜੀ ਚੀਨ ਦੇ। ਕੋਈ ਚੀਨ ਨਾਲ ਆਪਣੀ ਕੋਈ ਜੰਗ ਜਾਂ ਕੋਈ ਹੋਰ ਕੁਝ ਵੀ ਨਹੀਂ ਹੋਇਆ ਜੀ, ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਕਿ ਆਪਾਂ ਬੰਦ ਕਰਤੇ ਜੀ। ਕਿਉਂਕਿ ਹੁਣ ਤੁਸੀਂ ਨਿਊਜ਼ ਦੇ ਵਿੱਚ ਵੀ ਦੇਖ ਰਹੇ ਆ ਜੀ ਜਿਵੇਂ ਕਿ ਕੋਵਿਡ ਦੇ ਜਿਹੜੇ ਕੇਸਿਸ ਆ ਉਹ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਆ। ਗਵਰਨਮੈਂਟ ਨੇ ਨਾਈਟ ਕਰਫਿਊ ਵਗੈਰਾ ਵੀ ਸ਼ੁਰੂ ਕਰਤੇ ਆ ਜੀ। ਕਈ ਸਿਟੀਜ਼ ਦੇ ਵਿੱਚ ਮਾਸਕ ਕੰਪਲਸਰੀ ਕਰਤਾ ਗਾ। ਇਹਨਾਂ ਕੋਵਿਡ ਦੀਆਂ ਕੰਡੀਸ਼ਨਾਂ ਦੇ ਲਈ ਹੀ ਜਿਹੜੇ ਚੀਨ ਦੇ ਹੁਣ ਟੂਰਿਸਟ ਵੀਜ਼ੇ ਆ ਉਹਨਾਂ ਤੇ ਕੁਝ ਟਾਈਮ ਲਈ ਆਪਣੀ ਸਰਕਾਰ ਨੇ ਰੋਕ ਲਾਤੀ ਹੈ, ਠੀਕ ਹੈ। ਤਾਂ ਜਿਹੜੇ ਵੀਜ਼ਿਆਂ ਤੇ ਰੋਕ ਲਾਈ ਗਈ ਹੈ ਜੀ ਇਹ ਚੀਨ ਦੇ ਤੇ ਲਾਈ ਗਈ ਆ ਆਪਣੇ ਦੇਸ਼ ਦੇ ਵੱਲੋਂ ਕੋਵਿਡ ਦੀਆਂ ਸਿਚੁਏਸ਼ਨਾਂ ਕਰਕੇ। ਨੈਕਸਟ ਨਿਊਜ਼ ਹੈ ਜੀ ਇਵੈਨਮੈਨੂਅਲ ਮੈਕਰੋਨ ਨੂੰ ਕਿਸ ਦੇਸ਼ ਦੇ ਰਾਸ਼ਟਰਪਤੀ ਵਜੋਂ ਚੁਣਿਆ ਗਿਆ ਹੈ। ਤਾਂ ਆਪਸ਼ਨਾਂ ਨੇ ਜੀ ਜਰਮਨੀ, ਮੰਗੋਲੀਆ, ਨੀਦਰਲੈਂਡ, ਫਰਾਂਸ।
ਤਾਂ ਇਹ ਬਣੇ ਨੇ ਜੀ ਫਰਾਂਸ ਦੇ ਰਾਸ਼ਟਰਪਤੀ। ਤੇ ਮੇਨ ਗੱਲ ਇਹ ਵੀ ਰਹੀ ਹੈ ਜੀ ਇਹ ਪਹਿਲੀ ਵਾਰ ਹੋਇਆ, ਜਿਵੇਂ ਆਪਾਂ ਕਹ ਦਈਏ ਬਹੁਤ ਲੰਮੇ ਟਾਈਮ ਬਾਅਦ ਇੱਥੇ ਜੀ ਪਹਿਲੀ ਵਾਰ ਹੋਣ ਜਾ ਰਿਹਾ ਕਿ ਕਿਸੇ ਨੇ ਲਗਾਤਾਰ ਦੂਜੀ ਵਾਰੀ ਰਾਸ਼ਟਰਪਤੀ ਬਣੇ ਜੀ ਫਰਾਂਸ ਦੇ ਵਿੱਚ। ਤੇ ਇਹਨਾਂ ਦਾ ਨਾਮ ਤੁਸੀਂ ਯਾਦ ਰੱਖਿਓ ਜੀ, ਇੰਪੋਰਟੈਂਟ। ਨੈਕਸਟ ਹੈਗਾ ਜੀ, ਹੇਠ ਦਿੱਤਿਆਂ ਵਿੱਚੋਂ ਕਿਸ ਨੇ ਰਾਇਸੀਨਾ ਡਾਇਲੋਗ 7 ਸੰਸਕਰਣ ਦਾ ਉਦਘਾਟਨ ਕੀਤਾ ਗਿਆ? ਠੀਕ ਹੈ ਜੀ, ਤਾਂ ਆਪਸ਼ਨਾਂ ਨੇ ਰਾਜਨਾਥ ਸਿੰਘ, ਨਰਿੰਦਰ ਮੋਦੀ, ਅਮਿਤ ਸ਼ਾਹ, ਵੈਂਕਈਆ ਨਾਇਡੂ। ਤਾਂ ਇਹ ਕੀਤਾ ਗਿਆ ਗਾ ਜੀ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ 7th ਐਡੀਸ਼ਨ ਦਾ ਉਦਘਾਟਨ ਕਿਹੜੀ ਡਾਇਲੋਗ ਆ ਜੀ? ਰਾਇਸੀਨਾ ਡਾਇਲੋਗ 7th ਦਾ ਕੀਤਾ ਗਿਆ ਉਦਘਾਟਨ। ਤੇ ਇੱਥੇ ਮੁੱਖ ਮਹਿਮਾਨ ਕੌਣ ਰਹੇ ਨੇ ਜੀ? ਇੱਥੇ ਮੁੱਖ ਮਹਿਮਾਨ ਰਹੇ ਨੇ ਪ੍ਰੈਜ਼ੀਡੈਂਟ ਯੂਰਪੀਅਨ ਯੂਨੀਅਨ ਦੇ, ਜਿਨ੍ਹਾਂ ਦਾ ਨਾਮ ਹੈਗਾ ਜੀ ਉਰਸੁਲਾ ਵੈਨ ਡੇ ਲਿਓਨ। ਇਹਨਾਂ ਦਾ ਇਹ ਨਾਮ ਹੈ। ਇਹ ਇੱਥੇ ਚੀਫ ਗੈਸਟ ਸੀ। ਇਹਨਾਂ ਦਾ ਨਾਮ ਯਾਦ ਰੱਖਿਓ, ਕਈ ਪੁੱਛ ਲੈਂਦੇ ਆ ਕਿ ਇੱਥੇ ਚੀਫ ਗੈਸਟ ਕੌਣ ਆਏ ਸੀ। ਠੀਕ ਹੈ, 3 ਦਿਨਾਂ ਦੀ ਇਹ ਹੈਗੀ ਆ ਜੀ ਜਿਹੜੀ ਈਵੈਂਟ ਹੈਗੀ, 3 ਦਿਨ ਇਹ ਚੱਲੂਗੀ। ਨੈਕਸਟ ਹੈ ਜੀ, ਫੋਰਬਸ ਦੇ ਅਨੁਸਾਰ ਦੁਨੀਆ ਦੇ ਪਹਿਲੇ 5 ਅਮੀਰਾਂ ਦੇ ਵਿੱਚ ਆਪਣੇ ਇੱਕ ਇੰਡੀਅਨ ਦਾ ਨਾਮ ਆਇਆ ਹੈਗਾ ਜੀ, ਤਾਂ ਉਹ ਕੌਣ ਨੇ? ਆਪਸ਼ਨਾਂ ਨੇ ਗੌਤਮ ਅਡਾਨੀ, ਲక్ష్ਮੀ ਮਿੱਤਲ, ਕੁਮਾਰ ਬਿਰਲਾ, ਮੁਕੇਸ਼ ਅੰਬਾਨੀ। ਤਾਂ ਇਹ ਹੈਗੇ ਜੀ ਗੌਤਮ ਅਡਾਨੀ ਜੀ, ਜਿਹੜੇ ਕਿ ਅੰਡਾਨੀ ਇੰਟਰਪ੍ਰਾਈਜ਼ ਵਾਲੇ ਨੇਗੇ। ਇਹਨਾਂ ਦਾ ਨਾਮ ਆਇਆ ਜੀ ਟੌਪ 5 ਦੇ ਵਿੱਚ। ਇਹ ਜਿਹੜੀ ਲਿਸਟ ਹੈ ਜਾਰੀ ਕੀਤੀ ਗਈ ਹੈ ਜੀ ਫੋਰਬਸ ਦੇ ਦੁਆਰਾ। ਬਹੁਤ ਸਾਰੀਆਂ ਜਿਵੇਂ ਆਪਾਂ ਕਹਿ ਦਈਏ ਜੀ ਸੰਸਥਾਵਾਂ ਨੇ, ਆਰਗੇਨਾਈਜੇਸ਼ਨ ਨੇ ਜਿਹੜੀਆਂ ਲਿਸਟਾਂ ਨੂੰ ਲਾਂਚ ਕਰਦੀਆਂ ਜੀ। ਹਰੇਕ ਲਿਸਟ ਦੇ ਵਿੱਚ ਕਈ ਵਾਰੀ ਕੀ ਹੁੰਦਾ ਕਿ ਕੋਈ ਨਾਮ ਅਪ ਡਾਊਨ ਹੁੰਦੇ ਰਹਿੰਦੇ ਆ, ਤਾਂ ਤੁਸੀਂ ਯਾਦ ਰੱਖਿਆ ਕਰੋ ਜੀ ਕਿਹੜੀ ਲਿਸਟ ਦੇ ਵਿੱਚ ਕਿਹਨੇ ਟੌਪ ਕੀਤਾ। ਠੀਕ ਹੈ, ਇਹ ਫੋਰਬਸ ਦੀ ਲਿਸਟ ਹੈ ਤੇ ਇਹਦੇ ਵਿੱਚ ਗੌਤਮ ਅਡਾਨੀ ਟੌਪ 5 ਦੇ ਵਿੱਚ ਆਇਆ, ਤਾਂ ਇਹਨਾਂ ਨੇ ਟੌਪ 5 ਦੇ ਵਿੱਚ 5th ਪੋਜੀਸ਼ਨ ਨੂੰ ਹਾਸਲ ਕੀਤਾ ਹੈ। ਤੇ ਇਸ ਲਿਸਟ ਨੂੰ ਟੌਪ ਕੀਤਾ ਗਿਆ ਜੀ ਐਲਨ ਮਸਕ ਜੀ ਦੁਆਰਾ, ਜਿਹੜੇ ਕਿ ਟੈਸਲਾ ਕੰਪਨੀ ਵਾਲੇ ਨੇ, ਸਪੇਸ ਐਕਸ ਵਾਲੇ। ਠੀਕ ਹੈ ਜੀ, ਨੈਕਸਟ ਹੈ ਜੀ, ਕਿਸ ਬੈਂਕ ਨੇ ਪੱਛਮੀ ਬੰਗਾਲ ਸਮਾਲ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਨਾਲ ਇੱਕ MOU ਤੇ ਦਸਤਖਤ ਕੀਤੇ ਆ ਜੀ? ਤਾਂ ਇਹ MOU ਤੇ ਸਾਈਨ ਕੀਤੇ ਗਏ ਆ ਜੀ ਸਿਡਬੀ ਦੇ ਦੁਆਰਾ। ਸਿਡਬੀ ਦੇ ਨਾਲ ਜਿਵੇਂ ਆਪਾਂ ਕਹਿੰਦੇ MOU ਹੋਇਆਗਾ ਜੀ ਬੰਗਾਲ ਵੈਸਟ ਬੰਗਾਲ ਸਮਾਲ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦਾ। ਇਹ ਕੀਤਾ ਗਿਆ ਗਾ ਜੀ ਉੱਥੇ, ਯਾਨੀ ਕਿ ਜਿਹੜੀਆਂ ਸਮਾਲ ਇੰਡਸਟਰੀਆਂ ਨੇ, ਛੋਟੇ ਬਿਜ਼ਨਸਮੈਨ ਨੇ, ਉਹਨਾਂ ਤੇ ਫੋਕਸ ਕਰਨ ਦੇ ਲਈ ਜੀ, ਉਹਨਾਂ ਨੂੰ ਬੜਾਵਾ ਦੇਣ ਲਈ, ਉਹਨਾਂ ਦੀ ਗਰੋਥ ਦੇ ਵਾਸਤੇ ਸਿਡਬੀ ਦੇ ਨਾਲ ਇਹ MOU ਸਾਈਨ ਕੀਤਾ ਗਿਆ। ਸਿਡਬੀ ਦੀ ਫੁੱਲ ਫਾਰਮ ਹੈਗੀ ਜੀ ਸਮਾਲ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ। ਠੀਕ ਹੈ ਜੀ, ਸਿਡਬੀ ਦੀ ਸਥਾਪਨਾ ਹੋਈ ਸੀ ਜੀ 2 ਅਪ੍ਰੈਲ ਨੂੰ 1990 ਦੇ ਵਿੱਚ, ਤੇ ਇਹਦਾ ਹੈੱਡਕੁਆਟਰ ਹੈਗਾ ਜੀ ਲਖਨਊ ਦੇ ਵਿੱਚ। ਠੀਕ ਹੈ, ਤੇ ਜੇ ਤੁਹਾਨੂੰ ਆਪਣੀਆਂ ਰੀਸੈਂਟ ਨਿਊਜ਼ ਯਾਦ ਹੋਣਗੀਆਂ ਜੀ, RBI ਨੇ ਸੈਂਟਰਲ ਬੈਂਕ ਦੇ ਉੱਤੇ ਜੁਰਮਾਨਾ ਲਾਇਆ ਸੀਗਾ ਜੀ 30 ਲੱਖ ਰੁਪਏ ਦਾ। ਉਹ ਲਾਇਆ ਗਿਆ ਸੀਗਾ ਕਸਟਮਰ ਨੋਰਮਸ ਦੀ ਜਿਹੜੀ ਵਾਇਲੇਸ਼ਨ ਦੇ ਕਾਰਨ। ਠੀਕ ਹੈ ਜੀ, ਤੇ ਐਕਸਿਸ ਬੈਂਕ ਤੇ IDBI ਬੈਂਕ ਤੇ ਵੀ ਲਾਇਆ ਸੀ। ਇਹਨਾਂ ਤੇ 93 ਲੱਖ ਦਾ ਸੀ, ਇਹਨਾਂ ਤੇ 90 ਲੱਖ ਦਾ ਸੀਗਾ ਜੀ। ਇਹਨਾਂ ਤੇ ਲਾਇਆ ਸੀ KYC ਗਾਈਡਲਾਈਨਸ ਇਹਨਾਂ ਨੇ ਸਹੀ ਤਰੀਕੇ ਨਾਲ ਫੋਲੋ ਨਹੀਂ ਕੀਤੀਆਂ ਸੀ। ਠੀਕ ਹੈ ਜੀ, ਆਪਸ਼ਨਾਂ ਨੂੰ ਧਿਆਨ ਰੱਖਿਆ ਕਰੋ ਜੀ। ਆਪਸ਼ਨਾਂ ਤੋਂ ਤੁਸੀਂ ਕੁਐਸਚਨਾਂ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਿਆ ਕਰੋ। ਆਪਸ਼ਨ ਦੇਖ ਕੇ ਤੁਹਾਡੇ ਦਿਮਾਗ ਦੇ ਵਿੱਚ ਆਉਣਾ ਚਾਹੀਦਾ ਕਿ ਇਹ ਆਪਸ਼ਨ ਨੂੰ ਅਸੀਂ ਕਿਸੇ ਕੁਐਸਚਨ ਦੇ ਵਿੱਚ ਦੇਖਿਆ ਹੈ ਤਾਂ ਕਿਹੜੇ ਕੁਐਸਚਨ ਦੇ ਵਿੱਚ ਦੇਖਿਆ ਹੈ। ਹੌਲੀ ਹੌਲੀ ਜਦੋਂ ਤੁਸੀਂ ਕੁਐਸਚਨ ਨੂੰ ਦੇਖ ਕੇ ਖੁਦ ਦਿਮਾਗ 'ਤੇ ਜ਼ੋਰ ਦਿਆ ਕਰੋਗੇ ਜੀ, ਤਾਂ ਤੁਹਾਡੇ ਆਪਸ਼ਨਾਂ ਥਰੂ ਕੁਐਸਚਨ ਯਾਦ ਰਹਿਣ ਲੱਗ ਜਾਣਗੇ। ਹੌਲੀ ਹੌਲੀ ਤੁਸੀਂ ਇਸ ਚੀਜ਼ ਨੂੰ ਟਰਾਈ ਕਰਕੇ ਦੇਖੋ, ਇਹ ਬਹੁਤ ਵਧੀਆ ਤਰੀਕਾ ਹੈ ਆਪਦੀ ਮੈਮਰੀ ਨੂੰ ਤੇਜ਼ ਰੱਖਣ ਦਾ। ਅੱਗੇ ਹੈ ਜੀ, ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2022 ਦੇ ਵਿੱਚ ਵੇਟ ਲਿਫਟਿੰਗ ਦੇ ਵਿੱਚ ਸੋਨੇ ਦਾ ਤਗਮਾ ਕਿਹਨੇ ਜਿੱਤਿਆ ਹੈ? ਆਪਸ਼ਨ ਨੇ ਗੁਰਵਿੰਦਰ ਸੁਨੀਲ ਮਹਾਜਨ, ਦੇਵੰਤ ਮਾਧਵਨ, ਸਾਜਨ ਪ੍ਰਕਾਸ਼, ਡੀ ਗੁਕੇਸ਼। ਤਾਂ ਪਹਿਲਾਂ ਤਾਂ ਜੀ ਜਿਹੜੀਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਆ ਜਿਹੜੀਆਂ ਐਤਕੀ ਹੋਈਆਂ, ਉਹਨਾਂ ਦਾ 2nd ਐਡੀਸ਼ਨ ਸੀਗਾ ਤੇ ਇਹ ਹੋਈਆਂ ਗਈਆਂ ਕਰਨਾਟਕਾ ਦੇ ਵਿੱਚ। ਠੀਕ ਹੈ, ਇਹਦਾ ਜਿਹੜਾ ਮੈਸਕਟ ਸੀਗਾ ਉਹ ਸੀਗਾ ਜੀ ਵੀਰਾ। ਤੁਹਾਨੂੰ ਯਾਦ ਹੋਊਗਾ ਆਪਾਂ ਕਰੰਟ ਅਫੇਅਰ ਦੇ ਵਿੱਚ ਵੀ ਕੀਤਾ ਤੇ ਤੁਹਾਨੂੰ ਇਹ ਹੋਮਵਰਕ ਦੇ ਵਿੱਚ ਵੀ ਮੈਂ ਦਿੱਤਾ ਸੀਗਾ। ਠੀਕ ਹੈ, ਤੇ ਗੱਲ ਕਰੀਏ ਜੀ ਇਹ 골ਡ ਮੈਡਲ ਜਿੱਤਿਆ ਹੈਗਾ ਗਾ ਜੀ ਗੋਵਿੰਦ ਸੁਨੀਲ ਮਹਾਜਨ।
ਠੀਕ ਹੈ ਜੀ। ਇਹਨਾਂ ਦੁਆਰਾ ਇਹ 골ਡ ਮੈਡਲ ਜਿੱਤਿਆ ਹੈਗਾ। ਹੋਰ ਕਿੰਨਾ ਨੇ ਇੱਥੇ ਮੈਡਲ ਜਿੱਤੇ ਜੀ? ਤਾਂ ਉਦੇ ਅਨਿਲ ਮਹਾਜਨ ਨੇ ਜਿੱਤਿਆ ਹੈਗਾ ਜੀ ਸਿਲਵਰ ਮੈਡਲ। ਤੇ ਫੀਮੇਲ ਦੇ ਵਿੱਚ ਜਿੱਤਿਆ ਹੈਗਾ ਜੀ 45 ਕਿਲੋ ਕੈਟਾਗਰੀ ਦੇ ਵਿੱਚ ਕੋਮਲ ਕੋਹਨਵਾਲ ਨੇ ਜਿੱਤਿਆ ਹੈਗਾ, ਵਾਹਨ ਨੇ ਜਿੱਤਿਆ ਹੈਗਾ ਜੀ ਸੋਨੇ ਦਾ ਤਗਮਾ। ਤਿੰਨ 골ਡ ਵਾਲੇ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਜੀ, ਤਿੰਨਾਂ ਨੂੰ ਯਾਦ ਰੱਖਿਓ। ਤੇ ਜੇ ਆਪਸ਼ਨਾਂ ਜਿਹੜੀਆਂ ਤੁਹਾਨੂੰ ਰੱਖੀਆਂ ਗਈਆਂ ਜੀ, ਇਹ ਵੀ ਤੁਹਾਡੀ ਰਿਵੀਜ਼ਨ ਵਾਸਤੇ ਆ। ਵੇਦਾਂਤ ਮਾਧਵਨ ਨੇ ਜਿੱਤਿਆ ਸੀ ਜੀ, ਤੁਸੀਂ ਸ਼ਾਇਦ ਯਾਦ ਹੋਵੇ, 1500 ਫ੍ਰੀ ਸਟਾਈਲ ਮੀਟਰ ਦੇ ਫ੍ਰੀ ਸਟਾਈਲ ਦੇ ਵਿੱਚ ਸਿਲਵਰ ਮੈਡਲ। ਇਹ ਆਪਾਂ ਨਿਊਜ਼ ਦੇ ਵਿੱਚ ਕੀਤਾ ਸੀ, ਕਰੰਟ ਅਫੇਅਰ ਦੇ ਵਿੱਚ ਕੀਤਾ ਸੀ। ਪਰ ਉਸ ਤੋਂ ਨੈਕਸਟ ਡੇ ਇਹਨਾਂ ਨੇ ਇੱਕ ਹੋਰ ਈਵੈਂਟ ਦੇ ਵਿੱਚ ਪਾਰਟਿਸਿਪੇਸ਼ਨ ਕੀਤਾ ਸੀ ਜੀ, ਉਹ ਸੀਗੀ 800 ਮੀਟਰ ਦੀ। ਤੇ ਉਹਦੇ 'ਚ ਇਹਨਾਂ ਨੇ 골ਡ ਮੈਡਲ ਜਿੱਤਿਆ ਹੈਗਾ। 1500 ਮੀਟਰ ਦੇ ਵਿੱਚ ਸਿਲਵਰ ਜਿੱਤਿਆ ਸੀਗਾ ਜੀ, ਤੇ 800 ਮੀਟਰ ਦੇ ਵਿੱਚ ਨੈਕਸਟ ਡੇ ਇਹਨਾਂ ਨੇ 골ਡ ਮੈਡਲ ਜਿੱਤਿਆ। ਇਹਨਾਂ ਨੇ ਜਿਹੜੀ ਡੈਨਿਸ਼ ਓਪਨ ਚੈਂਪੀਅਨਸ਼ਿਪ ਹੋਈ ਹੈ ਜੀ, ਉਹਦੇ 'ਚ 2 ਮੈਡਲ ਜਿੱਤੇ ਨੇ। ਇਹ ਤੁਸੀਂ ਯਾਦ ਰੱਖੋ ਜੀ, 1500 ਮੀਟਰ ਦੇ ਵਿੱਚ ਸਿਲਵਰ ਹੈ ਤੇ 800 ਮੀਟਰ ਦੇ ਵਿੱਚ 골ਡ ਹੈ। ਠੀਕ ਹੈ ਜੀ। ਤੇ ਇਸੇ ਹੀ ਜਿਹੜੀ ਉਹ ਚੈਂਪੀਅਨਸ਼ਿਪ ਹੋਈ ਹੈ, ਟੂਰਨਾਮੈਂਟ ਹੋਇਆ, ਉਹਦੇ 'ਚ ਸਾਜਨ ਪ੍ਰਕਾਸ਼ ਨੇ 200 ਮੀਟਰ ਬਟਰਫਲਾਈ ਦੇ ਵਿੱਚ 골ਡ ਮੈਡਲ ਜਿੱਤਿਆ ਸੀਗਾ। ਤੁਹਾਨੂੰ ਯਾਦ ਹੋਊਗਾ, ਇਹ ਵੀ ਕਰੰਟ ਅਫੇਅਰ ਆਪਾਂ ਕੀਤਾ ਹੋਇਆ ਹੈ। ਤੇ ਜਿਹੜੇ ਡੀ ਗੁਕੇਸ਼ ਆ, ਇਹਨਾਂ ਨੇ 48th ਨੰਬਰ ਦਾ ਜਿਹੜਾ ਐਡੀਸ਼ਨ ਹੋਇਆ ਸੀਗਾ ਸ਼ਤਰੰਜ ਚੈਂਪੀਅਨਸ਼ਿਪ ਦਾ ਸਪੇਨ ਦੇ ਵਿੱਚ, ਜਿਹਦਾ ਟੂਰਨਾਮੈਂਟ ਦਾ ਨਾਮ ਸੀ ਜੀ ਲਾ ਰੋਡਾ ਇੰਟਰਨੈਸ਼ਨਲ ਚੈਸ ਟੂਰਨਾਮੈਂਟ। 48th ਐਡੀਸ਼ਨ ਸੀਗਾ ਜੀ, ਉਹ ਇਹਨਾਂ ਨੇ ਜਿੱਤਿਆ ਸੀਗਾ ਤੇ ਹੋਇਆ ਸੀਗਾ ਜੀ ਇਹ ਸਪੇਨ ਦੇ ਵਿੱਚ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਿਓ। ਇੱਕ ਕੁਐਸਚਨ ਤੋਂ ਦੇਖੋ ਜੀ ਕਿੰਨੇ ਕੁਐਸਚਨ ਆਪਾਂ ਰਿਵਾਈਜ਼ ਕਰ ਲਏ ਜੀ। ਕਿਹੜਾ ਐਡੀਸ਼ਨ ਹੋਇਆ, ਕਿੱਥੇ ਹੋਈਆਂ, ਮੈਸਕਟ ਕੀ ਸੀ, ਕੌਣ ਜਿੱਤਿਆ, ਤੇ ਬਾਕੀ ਆਪਸ਼ਨਾਂ ਤੋਂ ਵੀ ਆਪਾਂ ਕਿੰਨਾ ਕਰ ਲਿਆ। ਤੁਸੀਂ ਜਦੋਂ ਵੀ ਐਦਾਂ ਹੀ ਆਪਸ਼ਨਾਂ ਦੇਖਿਆ ਕਰੋ ਤਾਂ ਤੁਹਾਡੇ ਦਿਮਾਗ ਦੇ ਵਿੱਚ ਚੱਲਣਾ ਚਾਹੀਦਾ ਹੈਗਾ ਜੀ ਐਦਾਂ ਹੀ ਕਿ ਇਸ ਚੀਜ਼ ਨੂੰ ਇਸ ਦਾ ਅਵਾਰਡ ਮਿਲਿਆ। ਆਪਸ਼ਨਾਂ ਰਿਪੀਟ ਇਸੇ ਕਰਕੇ ਹੀ ਕੀਤੀਆਂ ਜਾਂਦੀਆਂ ਤੁਹਾਡੇ ਲਈ ਜੀ। ਨੈਕਸਟ ਹੈ ਜੀ, ਹਾਲ ਹੀ ਦੇ ਵਿੱਚ ਸਰਬੀਆ ਓਪਨ 2022 ਦਾ ਖਿਤਾਬ ਆ, ਇਹ ਕਿਹਨਾਂ ਨੇ ਜਿੱਤਿਆ? ਤਾਂ ਆਪਸ਼ਨਾਂ ਨੇ ਜੀ ਨੋਵਾ ਜੋਕੋਵਿਕ, ਐਂਡੀ ਰੂਬੈਲ, ਰੈਫਲ ਨਡਾਲ, ਐਂਡੀ ਰੋਡਰਿਕ। ਤਾਂ ਇਹ ਜਿੱਤਿਆ ਹੈਗਾ ਜੀ ਐਂਡੀ ਰੂਬੈਲ ਨੇ ਜਿੱਤਿਆ ਹੈਗਾ ਜੀ, ਤੇ ਇਹਨਾਂ ਨੇ ਫਾਈਨਲ ਦੇ ਵਿੱਚ ਰੈਫਲ ਨਡਾਲ ਨੂੰ ਹਰਾਇਆ ਹੈਗਾ। ਠੀਕ ਹੈ, ਇਹ ਤੁਸੀਂ ਯਾਦ ਰੱਖਿਓ। ਨੈਕਸਟ ਹੈਗਾ ਜੀ, ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੌਰੇ ਦੌਰਾਨ ਪਸ਼ੂਆਂ ਨੂੰ ਸਮਰਪਿਤ ਰੇਡੀਓ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ ਜੀ, ਤਾਂ ਉਹਦਾ ਨਾਮ ਕੀ ਹੈ? ਤਾਂ ਆਪਸ਼ਨਾਂ ਨੇ ਜੀ ਦੁੱਧ ਬਾਣੀ, ਪਸ਼ੂ ਬਾਣੀ, ਮੋਦੀ ਬਾਣੀ, ਮਾਹਿਰ ਬਾਣੀ। ਤਾਂ ਇਹ ਕੀਤਾ ਗਿਆ ਹੈਗਾ ਜੀ ਸਟੇਸ਼ਨ ਦਾ, ਜਿਹੜਾ ਰੇਡੀਓ ਸਟੇਸ਼ਨ ਹੈ ਉਹਦਾ ਨਾਮ ਹੈ ਜੀ ਦੁੱਧ ਬਾਣੀ। ਇਹ ਸਟੇਸ਼ਨ ਰੇਡੀਓ ਜਿਹੜਾ ਸ਼ੁਰੂ ਕੀਤਾ ਗਿਆ ਹੈਗਾ ਜੀ, ਇਹ ਜਿਹੜੀ ਆਪਣੇ ਦੁੱਧ ਦੀ ਪ੍ਰੋਡਕਸ਼ਨ ਆ ਉਹਨੂੰ ਵਧਾਉਣ ਵਾਸਤੇ ਕੀਤਾ ਗਿਆ ਹੈਗਾ ਜੀ। ਰੇਡੀਓ ਸਟੇਸ਼ਨਾਂ ਤੇ ਜਾਣੀ ਕਿ ਮਾਹਿਰ ਹੋਣਗੇ, ਉਹ ਦੱਸਣਗੇ ਕਿ ਕਿਵੇਂ ਤੁਸੀਂ ਆਪਦੀ ਜਿਹੜੀ ਦੁੱਧ ਦੀ ਪ੍ਰੋਡਕਸ਼ਨ ਆ ਉਹਨੂੰ ਵਧਾ ਸਕਦੇ ਹੋ। ਜੇ ਕੋਈ ਆਪਾਂ ਨੂੰ ਕੁਐਸਚਨ ਹੋਣਗੇ ਤਾਂ ਆਪਾਂ ਉਹ ਵੀ ਇਹਦੇ 'ਚ ਪੁੱਛ ਸਕਾਂਗੇ ਜੀ ਉਹਨਾਂ ਨੂੰ। ਤੇ ਇਹਦਾ ਜਿਹੜਾ ਮੇਨ ਮੋਟਿਵ ਹੈ ਇਸ ਨੂੰ ਸ਼ੁਰੂ ਕਰਨ ਦਾ, ਉਹ ਹੈਗਾ ਜੀ ਡੇਅਰੀ ਉਦਯੋਗ ਨੂੰ ਵਧਾਉਣ ਵਾਸਤੇ। ਠੀਕ ਹੈ ਜੀ। ਤਾਂ ਨਰਿੰਦਰ ਮੋਦੀ ਜੀ ਦੁਆਰਾ ਸ਼ੁਰੂ ਕੀਤਾ ਗਿਆ ਹੈਗਾ ਜੀ ਦੁੱਧ ਬਾਣੀ ਰੇਡੀਓ ਸਟੇਸ਼ਨ। ਇੱਕ ਆਪਾਂ ਪਹਿਲਾਂ ਵੀ ਰੇਡੀਓ ਸਟੇਸ਼ਨ ਤੋਂ ਪੜ੍ਹਿਆ ਸੀ ਜੀ, ਜਿਹੜੇ ਨੇਤਰਹੀਣ ਹੁੰਦੇ ਆ, ਜਿਨ੍ਹਾਂ ਨੂੰ ਪੜ੍ਹਨ ਦੇ ਵਿੱਚ ਪ੍ਰੋਬਲਮ ਹੁੰਦੀ ਆ, ਉਹਦੇ ਵਾਸਤੇ ਨਾਗਪੁਰ ਮਹਾਰਾਸ਼ਟਰ ਦੇ ਵਿੱਚ ਪਹਿਲਾਂ ਸ਼ੁਰੂ ਕੀਤਾ ਗਿਆ ਜੀ ਰੇਡੀਓ ਅਕਸ਼। ਰੇਡੀਓ ਅਕਸ਼ ਸ਼ੁਰੂ ਕੀਤਾ ਗਿਆ ਹੈਗਾ ਜੀ। ਜਿਹੜੇ ਬੱਚੇ ਅੱਖਾਂ ਤੋਂ ਪ੍ਰੋਬਲਮ ਆ ਉਹਨਾਂ ਵਾਸਤੇ ਰੇਡੀਓ ਅਕਸ਼ ਸ਼ੁਰੂ ਕੀਤਾ ਗਿਆ ਜੀ। ਅਕਸ਼ ਰੇਡੀਓ ਅਕਸ਼ ਸ਼ੁਰੂ ਕੀਤਾ ਗਿਆ ਹੈਗਾ ਨਾਗਪੁਰ ਮਹਾਰਾਸ਼ਟਰ ਦੇ ਵਿੱਚ। ਇਹਦੇ 'ਚ ਕੀ ਹੋਊਗਾ ਜੀ, ਆਡੀਓ ਬੁੱਕਸ ਵਗੈਰਾ ਹੋਣਗੀਆਂ ਜੀ। ਇਸ ਦੇ ਨਾਲ ਕੀ ਹੋਊਗਾ ਵੀ ਜਿਹੜੇ ਬੱਚੇ ਦੇਖ ਨਹੀਂ ਸਕਦੇ ਕਿ ਉਹ ਸੁਣ ਕੇ ਆਪਦੀ ਐਜੂਕੇਸ਼ਨ ਦੇ ਲਈ ਉਹਨਾਂ 'ਚ ਹੈਲਪ ਹੋਊਗੀ। ਨੈਕਸਟ ਹੈ ਜੀ MG ਮੋਟਰ ਇੰਡੀਆ ਨੇ EV ਮਤਲਬ ਹੈ ਜੀ ਇਲੈਕਟ੍ਰਿਕ ਵਹੀਕਲ। ਇਲੈਕਟ੍ਰਿਕ ਵਹੀਕਲ ਦੇ ਲਈ ਚਾਰਜਿੰਗ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਿਹਨਾਂ ਨਾਲ ਪਾਰਟਨਰਸ਼ਿਪ ਕੀਤੀ ਹੈ ਜੀ? ਤਾਂ ਆਪਸ਼ਨਾਂ ਨੇ ਜੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ, ਹਿੰਦੁਸਤਾਨ ਪੈਟਰੋਲੀਅਮ, ਨੈਸ਼ਨਲ NTPC, ਇੰਡੀਅਨ ਆਇਲ ਐਂਡ ਨੈਸ਼ਨਲ ਗੈਸ ਕਾਰਪੋਰੇਸ਼ਨ। ਠੀਕ ਹੈ ਜੀ। ਤਾਂ ਇਹ ਕੀਤਾ ਗਿਆ ਜੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੇ ਨਾਲ ਕੀਤਾ ਗਿਆ ਜੀ MG ਨੇ ਇਲੈਕਟ੍ਰਿਕ ਵਹੀਕਲ ਨੂੰ।
ਜਿਵੇਂ ਕਿ ਹੁਣ ਜਿਹੜੀ ਸਰਕਾਰ ਆ ਜੀ ਉਹ ਇਲੈਕਟ੍ਰਿਕ ਵਹੀਕਲ ਤੇ ਜ਼ੋਰ ਦੇ ਰਹੀ ਹੈ ਜੀ, ਕਿਉਂਕਿ ਇਹ ਜਿਹੜੇ ਵਹੀਕਲ ਹੁੰਦੇ ਆ ਇਹ ਵਾਤਾਵਰਨ ਲਈ ਵੀ ਠੀਕ ਨੇ। ਠੀਕ ਹੈ ਜੀ। ਤੇ ਆਪਾਂ ਰੀਸੈਂਟਲੀ ਪੜ੍ਹਿਆ ਵੀ ਸੀ ਵੀ ਤੇਲੰਗਾਨਾ ਦੇ ਵਿੱਚ ਸਭ ਤੋਂ ਵੱਡਾ ਇੰਡੀਆ ਦਾ ਜਿਹੜਾ ਹੈਗਾ 3 ਵੀਲਰ ਇਲੈਕਟ੍ਰਿਕ ਵਹੀਕਲ ਹੋਣਗੇ, ਜਿਹੜੇ 3 ਵੀਲਰ ਇਲੈਕਟ੍ਰਿਕ ਵਹੀਕਲ ਹੋਣਗੇ ਉਹਨਾਂ ਦਾ ਇੱਕ ਪਲਾਂਟ ਲਾਇਆ ਜਾ ਰਿਹਾ। ਤਾਂ ਇਹ ਜਿਵੇਂ ਹੁਣ ਆਉਣ ਵਾਲੇ ਸਮਿਆਂ ਦੇ ਵਿੱਚ ਕੀ ਹੋਊਗਾ ਜੀ, ਵੀ ਜਿਹੜੇ ਇਲੈਕਟ੍ਰਿਕ ਵਹੀਕਲ ਆ ਉਹਨਾਂ ਦੀ ਜਿਹੜੀ ਸੰਖਿਆ ਉਹ ਬਹੁਤ ਵੱਧ ਜੂਗੀ, ਤੇ ਉਹਨਾਂ ਦੇ ਜਿਹੜੇ ਚਾਰਜਿੰਗ ਸਹੂਲਤਾਂ ਹੋਣਗੀਆਂ, ਜਿਵੇਂ ਪੈਟਰੋਲ ਪੰਪ ਹੁੰਦੇ ਆ ਜੀ, ਆਈ ਚਾਰਜਿੰਗ ਪੁਆਇੰਟ ਵੀ ਹੋਣਗੇ, ਜਿਨ੍ਹਾਂ ਤੇ ਕੀ ਹੋਇਆ ਕਰੂ ਉਹ ਵਹੀਕਲ ਵਗੈਰਾ ਨੂੰ ਚਾਰਜ ਕੀਤਾ ਜਾਇਆ ਕਰੂ, ਕੋਈ ਬੈਟਰੀ ਰਿਪਲੇਸ ਕਰਕੇ ਜਾਂ ਕੁਝ ਜਿੱਦਾਂ ਦਾ ਵੀ ਕੁਝ ਹੋਊਗਾ। ਉਹਦੇ ਵਾਸਤੇ ਇਹਨਾਂ ਨੇ BPCL ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਨਾਲ ਕੰਟਰੈਕਟ ਕੀਤਾ ਗਿਆ। ਨੈਕਸਟ ਆ ਗਿਆ ਜੀ, ਹੇਠਾਂ ਦਿੱਤੇ ਦੇਸ਼ਾਂ ਵਿੱਚੋਂ ਕਿਸ ਦੇਸ਼ ਦੇ ਰਾਸ਼ਟਰਪਤੀ ਨੂੰ ਹਾਲ ਹੀ ਦੇ ਵਿੱਚ ਜੌਨ ਐਫ ਕੈਨੇਡੀ ਪ੍ਰੋਫਾਈਲ ਕਾਰਜ ਅਵਾਰਡ 2022 ਪ੍ਰਾਪਤ ਕੀਤਾ ਗਿਆ ਜੀ? ਤਾਂ ਆਪਸ਼ਨਾਂ ਨੇ ਜੀ ਯੂਕਰੇਨ, ਫਰਾਂਸ, ਅਮਰੀਕਾ ਤੇ USA। ਵੈਸੇ ਤਾਂ ਤੁਸੀਂ ਪਿਕਚਰ ਦੇਖ ਕੇ ਪਹਿਚਾਨ ਲਿਆ ਹੋਊਗਾ ਜੀ ਇਹਨਾਂ ਨੂੰ, ਇਹ ਯੂਕਰੇਨ ਦੇ ਰਾਸ਼ਟਰਪਤੀ ਨੇ ਜੀ, ਵਲਾਦੀਮੀਰ ਜ਼ੈਲੈਂਸਕੀ ਹੈ ਇਹਨਾਂ ਦਾ ਨਾਮ। ਆਹ ਫੋਟੋ ਵੀ ਇਹਨਾਂ ਦੀ ਬਹੁਤ ਵਾਇਰਲ ਹੋਈ ਸੀ ਜੀ ਜੰਗ ਦੇ ਦੌਰਾਨ, ਤੇ ਆ ਇਹਨਾਂ ਦੀ ਐਕਚੁਅਲ ਵੈਸੇ ਫੋਟੋ ਹੈ ਜੀ, ਪਹਿਲਾਂ ਦੀ ਕੋਈ ਫੋਟੋ ਹੈ, ਦੋਨੇ ਫੋਟੋਆਂ ਤੁਹਾਡੇ ਵਾਸਤੇ ਰੱਖੀਆਂ ਨੇ ਤਾਂ ਕਿ ਤੁਹਾਨੂੰ ਫੇਸ ਦੇਖ ਕੇ ਯਾਦ ਰਵੇ ਜੀ। ਵੈਸੇ ਇਹ ਅਵਾਰਡ 5 ਜਾਣੀ ਕਿ ਟੋਟਲ 5 ਜਣਿਆਂ ਨੂੰ ਦਿੱਤਾ ਗਿਆ, ਜਿਨ੍ਹਾਂ ਚੋਂ ਇੱਕ ਯੂਕਰੇਨ ਦੇ ਰਾਸ਼ਟਰਪਤੀ, ਪਰ ਇਹਨਾਂ ਨੂੰ ਹੀ ਆਪਾਂ ਯਾਦ ਰੱਖਣਾ, ਬਾਕੀਆਂ ਤੇ ਆਪਾਂ ਇੰਨਾ ਟਾਈਮ ਵੇਸਟ ਨਹੀਂ ਕਰਨਾਗਾ। ਇਹ ਉਹਨਾਂ ਸਾਰਿਆਂ ਚੋਂ ਇੰਪੋਰਟੈਂਟ ਨੇ ਕਿਉਂਕਿ ਯੂਕਰੇਨ ਦੀ ਵਾਰ ਚੱਲ ਰਹੀ ਸੀਗੀ, ਵੈਸੇ ਹੁਣ ਵੀ ਚੱਲ ਰਹੀ ਹੈ ਰੂਸ ਦੇ ਨਾਲ, ਤੇ ਉਹਦੇ ਕਰਕੇ ਇਹ ਮੁੱਦਾ ਹੈਗਾ ਜਿਹੜਾ ਇੰਟਰਨੈਸ਼ਨਲੀ ਬਹੁਤ ਹਾਈਪ ਦੇ ਵਿੱਚ। ਯੂਕਰੇਨ ਦੀ ਜਿਹੜੀ ਰਾਜਧਾਨੀ ਆ ਉਹ ਹੈਗੀ ਹੈ ਜੀ ਕੀਵ। ਠੀਕ ਹੈ। ਨੈਕਸਟ ਵੀ ਇੱਕ ਅਵਾਰਡ ਹੈ ਜੀ, ਪਬਲਿਕ ਰਿਲੇਸ਼ਨ ਸੁਸਾਇਟੀ ਆਫ ਇੰਡੀਆ ਅਵਾਰਡ 2022 ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ? ਆਪਸ਼ਨ ਨੇ ਜੀ ਦੀ ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ, oil and ਨੈਚੁਰਲ ਗੈਸ ਕਾਰਪੋਰੇਸ਼ਨ ਲਿਮਟਿਡ, ਕੋਲ ਇੰਡੀਆ ਲਿਮਟਿਡ ਤੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ। ਤਾਂ ਇਹ ਦਿੱਤਾ ਗਿਆ ਹੈਗਾ ਜੀ ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਨੂੰ ਦਿੱਤਾ ਗਿਆ ਜੀ। ਇਸ ਅਵਾਰਡ ਦੇ ਵਿੱਚ ਆਪਾਂ ਜ਼ਿਆਦਾ ਨਹੀਂ ਕੁਝ ਵੀ ਯਾਦ ਕਰਨਾ, ਅਵਾਰਡ ਦਾ ਨਾਮ ਕੀ ਹੈ ਜੀ, ਪਬਲਿਕ ਰਿਲੇਸ਼ਨ ਸੁਸਾਇਟੀ ਆਫ ਇੰਡੀਆ ਅਵਾਰਡ 2022, ਤੇ ਦਿੱਤਾ ਕਿਹਨਾਂ ਨੂੰ ਗਿਆ ਹੈਗਾ ਜੀ, ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ। ਜ਼ਿਆਦਾ ਤੋਂ ਜ਼ਿਆਦਾ ਤੁਸੀਂ ਇਹਨਾਂ ਦਾ ਨਾਮ ਯਾਦ ਰੱਖ ਲਓ ਜੀ, ਇਹਨਾਂ ਦਾ ਨਾਮ ਹੈਗਾ ਸ਼੍ਰੀ ਨਿਵਾਸਨ ਜੀ, ਇਹਨਾਂ ਨੇ ਇਹ ਅਵਾਰਡ ਰਿਸੀਵ ਕੀਤਾ। ਹੋਰ ਇਸ ਅਵਾਰਡ ਬਾਰੇ ਆਪਾਂ ਨੂੰ ਜ਼ਿਆਦਾ ਜਾਣਕਾਰੀ ਦੀ ਕੋਈ ਜ਼ਰੂਰਤ ਨਹੀਂ ਹੈ ਜੀ, ਆਪਾਂ ਓਨਾ ਹੀ ਪੜਾਂਗੇ ਜੀ ਜਿੰਨਾ ਆਪਾਂ ਨੂੰ ਜ਼ਰੂਰਤ ਹੈ, ਜਿੰਨਾ ਆਪਾਂ ਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ। ਨੈਕਸਟ ਵੀ ਇੱਕ ਅਵਾਰਡ ਹੈ ਜੀ, ਅਵਾਰਡ ਹੈਗਾ ਜੀ ਨਿਊਜ਼ ਹੈ, ਕਿਸ਼ੋਰ ਦਾਸ ਨੂੰ ਕਾਮਨਵੈਲਥ ਪੁਆਇੰਟ ਆਫ ਲਾਈਟ ਅਵਾਰਡ ਦੇ ਲਈ ਚੁਣਿਆ ਗਿਆ ਜੀ। ਇਹ ਕਿਹੜੇ ਦੇਸ਼ ਦੇ ਨਾਗਰਿਕ ਹੈ? ਤਾਂ ਆਪਸ਼ਨਾਂ ਨੇ ਜੀ ਬੰਗਲਾਦੇਸ਼, ਪਾਕਿਸਤਾਨ, ਅਫਗਾਨਿਸਤਾਨ ਤੇ ਸ਼੍ਰੀਲੰਕਾ, ਤੇ ਸਿਟੀਜ਼ਨ ਹੈਗੇ ਆ ਜੀ ਬੰਗਲਾਦੇਸ਼ ਦੇ। ਇਹਨਾਂ ਨੂੰ ਕਿਉਂ ਅਵਾਰਡ ਦਿੱਤਾ ਗਿਆ ਜੀ? ਇਹਨਾਂ ਨੇ ਜਿਹੜੇ ਸਟੂਡੈਂਟਾਂ ਦੀ ਸਟੱਡੀ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਜੀ। 2013 ਦੇ ਵਿੱਚ ਇਹਨਾਂ ਨੇ 22 ਸਟੂਡੈਂਟਾਂ ਨਾਲ ਹੀ ਸ਼ੁਰੂਆਤ ਕੀਤੀ ਸੀ ਜੀ, ਪਰ ਬਾਅਦ 'ਚ ਇਹਨਾਂ ਨੇ ਹੌਲੀ ਹੌਲੀ ਹੁਣ ਤੱਕ ਇਹਨਾਂ ਨੇ ਜਿਵੇਂ ਆਪਾਂ ਕਹਿੰਦੇ ਹਜ਼ਾਰਾਂ ਸਟੂਡੈਂਟਾਂ ਦੀ ਹੈਲਪ ਕੀਤੀ ਹੈ ਜੀ। ਇੱਕ ਇਹਨਾਂ ਨੇ ਪ੍ਰੋਗਰਾਮ ਵੀ ਸ਼ੁਰੂ ਕੀਤਾ ਸੀ, ਚੈਰਿਟੀ ਸ਼ੁਰੂ ਕੀਤੀ ਸੀ ਜਿਹਦਾ ਨਾਮ ਸੀਗਾ ਵਿਦਿਆਨੰਦੋ ਚੈਰਿਟੀ, ਇਹਨਾਂ ਨੇ ਸ਼ੁਰੂ ਕੀਤੀ ਸੀਗੀ ਜੀ ਬੱਚਿਆਂ ਦੀ ਸਟੱਡੀ ਦੇ ਲਈ। ਇੱਕ ਇਹਨਾਂ ਨੇ ਹੋਰ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਵੇਂ ਆਪਾਂ ਕਹਿੰਦੇ ਇਨੀਸ਼ੀਏਟਿਵ ਸ਼ੁਰੂ ਕੀਤਾ ਸੀ ਜਾਂ ਸਕੀਮ ਸ਼ੁਰੂ ਕੀਤੀ ਸੀ ਜੀ, ਉਹਦਾ ਨਾਮ ਸੀ 1 ਟਕਾ ਆਹਾਰ। ਟਕਾ ਉੱਥੋਂ ਦੀ ਕਰੰਸੀ ਹੈ ਜੀ ਬੰਗਲਾਦੇਸ਼ ਦੀ, ਤਾਂ ਇਸ ਕਰਕੇ ਇਹਦਾ ਮਤਲਬ ਹੈਗਾ ਜੀ 1 ਪੈਸੇ 'ਚ ਭੋਜਨ। ਤਾਂ ਉਹਨਾਂ ਨੇ ਜਿਹੜੇ ਹੋਮਲੈਸ ਬੱਚੇ ਸੀਗੇ ਜਿਨ੍ਹਾਂ ਨੂੰ ਦੀ ਕੋਈ ਸਹਾਰਾ ਨਹੀਂ ਸੀਗਾ ਜੀ, ਉਹਨਾਂ ਨੂੰ 1 ਪੈਸਾ ਆਹਾਰ ਸਕੀਮ ਉਹਨਾਂ ਵਾਸਤੇ ਸ਼ੁਰੂ ਕੀਤੀ, ਜਿਹਦੇ 'ਚ ਇਹਨਾਂ ਨੇ 10,000 ਤੋਂ ਵੀ ਵੱਧ ਬੱਚਿਆਂ ਨੂੰ ਪੌਸ਼ਟਿਕ ਭੋਜਨ ਆ ਜਿਹੜਾ ਉਹ ਮੁਹੱਈਆ ਕਰਵਾਇਆ ਗਿਆ। ਇਸ ਕਰਕੇ ਇਹਨਾਂ ਨੂੰ ਅਵਾਰਡ ਦਿੱਤਾ ਗਿਆ ਗਾ ਜੀ, ਕਾਮਨਵੈਲਥ ਪੁਆਇੰਟ ਆਫ ਲਾਈਟ ਅਵਾਰਡ ਦਿੱਤਾ ਗਿਆ ਗਾ ਇਹਨਾਂ ਨੂੰ। ਇਹਨਾਂ ਦਾ ਨਾਮ ਯਾਦ ਰੱਖਿਓ ਜੀ, ਕਿਸ਼ੋਰ ਦਾਸ ਨੂੰ ਦਿੱਤਾ ਗਿਆ, ਬੰਗਲਾਦੇਸ਼ ਦੇ ਇਹ ਰਹਿਣ ਵਾਲੇ। ਤੇ ਕੁਝ ਅਵਾਰਡਸ ਦੀ ਆਪਾਂ ਰਿਵੀਜ਼ਨ ਕਰ ਲਈਏ ਜੀ, ਤੁਹਾਡੇ ਵਾਸਤੇ ਇੱਕ ਛੋਟੀ ਜਿਹੀ ਰਿਵੀਜ਼ਨ ਦੀ ਇੱਕ ਸਲਾਈਡ ਰੱਖੀ ਆ, ਜਿਹੜੇ ਬਹੁਤ ਇੰਪੋਰਟੈਂਟ
ਅਵਾਰਡ ਰੀਸੈਂਟ ਨਿਊਜ਼ ਦੇ ਵਿੱਚ ਕਰਕੇ ਗਏ ਹਾਂ ਆਪਾਂ, ਐਸੇ ਮੰਥ ਦੇ ਵਿੱਚ ਕੀਤੇ ਆ ਜੀ, ਉਹਨਾਂ ਦੀ ਰਿਵੀਜ਼ਨ ਹੈ। ਪਹਿਲਾ ਹੈਗਾ ਜੀ ਕਾਵ ਸੰਗ੍ਰਹਿ ਮੈਂ ਤੋ ਜਹੀ ਹੂੰ, ਇਹ ਨਾਮ ਵੀ ਇੰਪੋਰਟੈਂਟ ਹੈ, ਯਾਦ ਰੱਖਿਓ। ਮੈਂ ਤੋ ਜਹੀ ਹੂੰ ਲਈ ਸਰਸਵਤੀ ਸਨਮਾਨ ਦਿੱਤਾ ਗਿਆ ਜੀ 2021 ਦਾ ਰਾਮ ਦਰਸ਼ਨ ਮਿਸ਼ਰਾ ਜੀ ਨੂੰ। ਠੀਕ ਹੈ, ਕਾਵ ਸੰਗ੍ਰਹਿ ਦਾ ਨਾਮ ਹੈ ਮੈਂ ਤੋ ਜਹੀ ਹੂੰ। ਅਵਾਰਡ ਕਿਹੜਾ ਜੀ, ਸਰਸਵਤੀ ਸਨਮਾਨ 2021। ਰਿਸੀਵ ਕਿਹਨਾਂ ਨੂੰ ਕੀਤਾ, ਮਿਲਿਆ ਕਿਹਨਾਂ ਨੂੰ ਆ, ਰਾਮਦਾਸ ਮਿਸ਼ਰਾ ਜੀ ਨੂੰ। ਸੈਕਿੰਡ ਹੈ ਜੀ ਸੰਤ ਨਾਮਦੇਵ ਰਾਸ਼ਟਰੀ ਪੁਰਸਕਾਰ 2021 ਨਾਲ ਕਿਹਨਾਂ ਨੂੰ ਸਨਮਾਨਿਤ ਕੀਤਾ ਗਿਆ ਜੀ, ਸਤਿਆਪਾਲ ਮਲਿਕ ਜੀ ਨੂੰ ਕੀਤਾ ਗਿਆ ਗਾ। ਕੁਸ਼ਟ ਰੋਗ ਜਿਹਨੂੰ ਆਪਾਂ ਸਕਿਨ ਦਾ ਇਹ ਰੋਗ ਹੁੰਦਾ, ਚਮੜੀ ਦਾ ਰੋਗ ਹੁੰਦਾ, ਜਿਹਨੂੰ ਆਪਾਂ ਕੋੜ ਵੀ ਬੋਲਦੇ ਹਾਂ ਵੀ ਇਹਨੂੰ ਕੋੜ ਹੋ ਗਿਆ ਗਾ, ਜਿਵੇਂ ਆਪਾਂ ਕਹਿ ਦਿੰਦੇ ਹੈਗੇ ਕੋੜ ਰੋਗ ਹੁੰਦਾ ਜਿਹੜਾ, ਉਹਨੂੰ ਕੁਸ਼ਟ ਰੋਗ ਵੀ ਬੋਲਦੇ ਆ। ਇਹਦੇ ਵਾਸਤੇ ਅੰਤਰਰਾਸ਼ਟਰੀ ਗਾਂਧੀ ਪੁਰਸਕਾਰ ਕਿਹਨਾਂ ਨੂੰ ਦਿੱਤਾ ਗਿਆ ਜੀ, ਤਾਂ ਇਹ ਦਿੱਤਾ ਗਿਆ ਜੀ ਭੂਸ਼ਣ ਕੁਮਾਰ ਜੀ ਨੂੰ ਦਿੱਤਾ ਗਿਆ ਜੀ, ਇਹ ਚੰਡੀਗੜ੍ਹ ਦੇ ਨੇ। ਠੀਕ ਹੈ, ਇਹਨਾਂ ਨੇ ਜਿਨ੍ਹਾਂ ਨੂੰ ਕੁਸ਼ਟ ਰੋਗ ਹੋ ਜਾਂਦਾ ਜੀ, ਉਹਨਾਂ ਦੀ ਬਹੁਤ ਜਿਵੇਂ ਆਪਾਂ ਕਹੀਏ ਸੇਵਾ ਸੰਭਾਲ ਕੀਤੀ ਆ, ਉਹਦੇ ਕਰਕੇ ਆਪਣੇ ਦੇਸ਼ ਦੇ ਰਾਸ਼ਟਰਪਤੀ ਵੈਂਕਈਆ ਨਾਇਡੂ ਜੀ ਦੁਆਰਾ, ਇਹ ਜਿਹੜੇ ਉਪ ਰਾਸ਼ਟਰਪਤੀ ਆ ਵੈਂਕਈਆ ਨਾਇਡੂ ਜੀ ਦੁਆਰਾ, ਉਹਨਾਂ ਦੁਆਰਾ ਇਹ ਪੁਰਸਕਾਰ ਭੂਸ਼ਣ ਕੁਮਾਰ ਜੀ ਨੂੰ ਦਿੱਤਾ ਗਿਆ। ਤੇ ਜਿਹੜਾ ਆ ਹੈਗਾ ਜੀ ਇਹ ਵੀ ਬਹੁਤ ਇੰਪੋਰਟੈਂਟ ਹੈ, 56 ਨੰਬਰ ਦਾ ਗਿਆਨਪੀਠ ਪੁਰਸਕਾਰ ਕਿਹਨਾਂ ਨੂੰ ਮਿਲਿਆ ਗਾ ਜੀ, ਇਹ ਅਸਾਮੀ ਕਵੀ ਸੀਗੇ ਜੀ, ਜਾਨੀ ਕਿ ਅਸਾਮ ਦੇ ਨੇ। ਇਹਨਾਂ ਦਾ ਨਾਮ ਹੈ ਨੀਲਮਣੀ ਫੁਕਾਨ, ਇਹਨਾਂ ਨੂੰ ਦਿੱਤਾ ਗਿਆ ਗਾ ਜੀ। ਠੀਕ ਹੈ, ਇਹ ਸਾਰੇ ਅਵਾਰਡ ਬਹੁਤ ਇੰਪੋਰਟੈਂਟ ਨੇ ਜੀ, ਇਹਨਾਂ ਨੂੰ ਤੁਸੀਂ ਯਾਦ ਰੱਖਿਓ। ਨੈਕਸਟ ਹੈ ਜੀ ਬਿਨਾਪਨੀ ਮੋਹੰਤੀ ਦਾ ਹਾਲ ਹੀ ਦੇ ਵਿੱਚ ਦੇਹਾਂਤ ਹੋਇਆ। ਇਹਨਾਂ ਦਾ ਪੇਸ਼ਾ ਕੀ ਸੀਗਾ ਜੀ, ਕਿਹੜੇ ਜਿਵੇਂ ਆਪਾਂ ਕਹਿ ਦਈਏ ਵੀ ਪ੍ਰੋਫੈਸ਼ਨ ਨਾਲ ਹੀ ਐਸੋਸੀਏਟਡ ਸੀਗੇ। ਆਪਸ਼ਨ ਨੇ ਜੀ ਲੇਖਕ, ਸਿਆਸਤਦਾਨ, ਐਕਟਿੰਗ, ਗਾਇਕ। ਤਾਂ ਇਹ ਰਾਈਟਰ ਸੀਗੇ ਜੀ, ਬਹੁਤ ਫੇਮਸ ਰਾਈਟਰ ਰਹੇ ਨੇ। ਇਹਨਾਂ ਨੂੰ ਕਾਫੀ ਸਾਰੇ ਅਵਾਰਡ ਮਿਲੇ ਜੀ। ਇਹਨਾਂ ਨੂੰ 2020 ਦੇ ਵਿੱਚ ਪਦਮ ਸ਼੍ਰੀ ਪੁਰਸਕਾਰ ਵੀ ਮਿਲਿਆਗਾ। ਇਹਨਾਂ ਨੂੰ ਸ਼ਾਰਟ ਸਟੋਰੀਜ਼ ਜਿਨ੍ਹਾਂ ਦਾ ਟਾਈਟਲ ਸੀਗਾ, ਨਾਮ ਸੀਗਾ ਪਤਾ ਦੇਈ, ਉਹਦੇ ਵਾਸਤੇ ਇਹਨਾਂ ਨੂੰ ਸਾਹਿਤ ਅਕੈਡਮੀ ਪੁਰਸਕਾਰ ਵੀ ਦਿੱਤਾ ਗਿਆ ਗਾ। ਉੜੀਸਾ ਸਰਕਾਰ ਨੇ ਇਹਨਾਂ ਨੂੰ ਸਰਲਾ ਸਨਮਾਨ ਵੀ ਦਿੱਤਾ ਗਿਆ, ਜਾਨੀ ਕਿ ਕਾਫੀ ਫੇਮਸ ਰਾਈਟਰ ਸੀਗੇ ਜੀ ਇਹ। ਤੇ ਇਸ ਕਰਕੇ ਇਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਜੀ, ਕਿਉਂਕਿ ਪੇਪਰਾਂ ਦੇ ਲਈ ਵੀ ਜ਼ਰੂਰੀ ਹੋ ਜਾਂਦਾ ਜਿਨ੍ਹਾਂ ਨੂੰ ਇੰਨੇ ਅਵਾਰਡ ਮਿਲੇ ਹੋਏ ਨੇ। ਇਹਨਾਂ ਦਾ ਪ੍ਰੋਫੈਸ਼ਨ ਹੀ ਜ਼ਿਆਦਾਤਰ ਪੁੱਛਿਆ ਜਾਂਦਾ ਹੈਗਾ, ਕਿਉਂਕਿ ਇਹਨਾਂ ਦੀ ਪਹਿਚਾਣ ਇਹਨਾਂ ਨੂੰ ਆਪਾਂ ਜਾਣਨੀ ਇਹਨਾਂ ਦੇ ਕੰਮ ਕਰਕੇ ਲੱਗੀ ਹੈ। ਠੀਕ ਹੈ, ਤੇ ਬਾਕੀ ਜੇ ਕਈ ਵਾਰੀ ਪੁੱਛ ਲੈਣੇ ਸਪੈਸ਼ਲੀ ਮੇਨਲੀ ਇਹ ਇਹਨਾਂ ਨੇ ਜਿਹੜੀ ਰਚਨਾਵਾਂ ਕੀਤੀਆਂ ਵੈਸਟਰਨ ਨੇ ਕਾਫੀ ਜਿਵੇਂ ਆਪਾਂ ਕਹਿੰਦੇ ਲੈਂਗੁਏਜ ਕੀਤਾ, ਹਿੰਦੀ, ਅੰਗਰੇਜ਼ੀ, ਕੰਨੜ, ਮਰਾਠੀ, ਪਰ ਮੇਨਲੀ ਇਹ ਉੜੀਸਾ ਤਾਂ ਉੜੀਆ ਜਿਹੜੀ ਲੈਂਗੁਏਜ ਆ, ਭਾਸ਼ਾ ਗੀ, ਉਹਦੇ 'ਚ ਇਹਨਾਂ ਨੇ ਜ਼ਿਆਦਾਤਰ ਵਰਕ ਕੀਤਾ। ਨੈਕਸਟ ਵੀ ਇੱਕ ਜਿਵੇਂ ਆਪਾਂ ਕਹਿੰਦੇ ਸੈਡ ਨਿਊਜ਼ ਤੋਂ ਹੀ ਹੈ ਜੀ, ਐਮ ਵਿਜੇਨ ਦਾ ਦੇਹਾਂਤ ਹੋਇਆਗਾ ਜੀ। ਇਹਨਾਂ ਦਾ ਪ੍ਰੋਫੈਸ਼ਨ ਕੀ ਸੀਗਾ, ਆਪਸ਼ਨ ਹੈਗੇ ਜੀ ਪ੍ਰੇਰਨਾਦਾਇਕ ਸਪੀਕਰ ਸੀ, ਜੀਵ ਵਿਗਿਆਨੀ ਸੀ, ਫੋਟੋਗ੍ਰਾਫਰ ਸੀ, ਜਾਂ ਸਿਆਸਤਦਾਨ ਸੀ। ਤਾਂ ਇਹ ਜੀਵ ਵਿਗਿਆਨਿਕ ਸੀਗੇ ਜੀ, ਵਿਗਿਆਨੀ ਸੀ, ਬਾਇਓਲੋਜਿਸਟ ਸੀਗੇ। ਇਹਨਾਂ ਨੂੰ ਵੀ ਕਾਫੀ ਪੁਰਸਕਾਰ ਮਿਲੇ ਹੋਏ ਜੀ। ਇਹਨਾਂ ਨੂੰ ਪਦਮ ਸ਼੍ਰੀ ਵੀ ਮਿਲਿਆ ਹੋਇਆ ਜੀ, ਤੇ ਇੱਕ ਇਹਨਾਂ ਨੂੰ ਮਿਲਿਆ ਜੀ ਸ਼ਾਂਤੀ ਸਰੂਪ ਭਟਨਾਗਰ ਅਵਾਰਡ ਵੀ ਇਹਨਾਂ ਨੂੰ ਮਿਲਿਆ ਹੋਇਆ। ਇਸ ਕਰਕੇ ਵੀ ਇਹ ਇੰਪੋਰਟੈਂਟ ਨੇ। ਇਹਨਾਂ ਨੂੰ ਕਿਹੜੇ ਕਿਹੜੇ ਅਵਾਰਡ ਮਿਲਿਆ, ਪਦਮ ਸ਼੍ਰੀ ਤੇ ਸ਼ਾਂਤੀ ਸਰੂਪ ਭਟਨਾਗਰ ਅਵਾਰਡ, 2 ਮਿਲੇ ਹੋਏ ਜੀ, ਤੇ ਇਹ ਬਾਇਓਲੋਜਿਸਟ ਸੀਗੇ। ਨੈਕਸਟ ਹੈ ਜੀ, ਆ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ, ਕਿਸੇ ਨਾ ਕਿਸੇ ਪੇਪਰ 'ਚ 100% ਆਊਗਾ ਹੀ ਆਊਗਾ। ਤੁਸੀਂ ਕੁਐਸਚਨ ਤੋਂ ਵੀ ਤੁਸੀਂ ਦੇਖ ਲਓਗੇ ਵੀ ਇੱਕ ਜ਼ਿਲ੍ਹਾ ਜੀ, ਕਿਹੜਾ ਜ਼ਿਲ੍ਹਾ ਬਣਿਆਗਾ ਜੀ ਜਿਹਦੇ ਹਰੇਕ ਪਿੰਡ ਦੇ ਵਿੱਚ ਲਾਇਬ੍ਰੇਰੀ ਹੈ। ਸਮਝ ਸਕਦੇ ਹੋ, ਆਪਣੇ ਪਹਿਲਾ ਡਿਸਟ੍ਰਿਕਟ ਬਣਿਆ ਜੀ ਆਪਣੀ ਕੰਟਰੀ ਦਾ, ਆਪਣੇ ਦੇਸ਼ ਦਾ, ਜਿਹਦੇ ਹਰੇਕ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਹੈ। ਤਾਂ ਇਹ ਬਣਿਆ ਜੀ ਜਾਮਤਾਰਾ। ਇਹ ਝਾਰਖੰਡ ਦੀ ਡਿਸਟ੍ਰਿਕਟ ਹੈ ਜੀ। ਇਹਦੇ 'ਚ 118 ਪਿੰਡ ਪੈਂਦੇ ਆ ਜੀ, ਤੇ 118 ਦੇ 18 ਦੇ ਵਿੱਚ ਹੀ ਲਾਇਬ੍ਰੇਰੀ ਹੈ। ਠੀਕ ਹੈ, ਲਾਇਬ੍ਰੇਰੀਜ਼ ਵੀ ਆਮ ਨਹੀਂ, ਵਧੀਆ ਲਾਇਬ੍ਰੇਰੀਆਂ ਬਣੀਆਂ ਹੋਈਆਂ ਜਿਹੜੀਆਂ ਕਿ ਰੈਗੂਲਰ 9 ਤੋਂ 5 ਓਪਨ ਹੁੰਦੀ ਹੈ ਜੀ। ਠੀਕ ਹੈ, ਤੇ ਇਹਦੇ ਵਿੱਚ ਕੀ ਹੈ ਜੀ, ਵਧੀਆ ਵਧੀਆ ਜਿਵੇਂ ਜਿਹੜੇ ਇੱਥੇ ਮੋਟੀਵੇਸ਼ਨ ਸਪੀਕਰ ਵੀ ਆਉਂਦੇ ਨੇ, ਜਿਹੜੇ IPS ਅਫਸਰ ਵਗੈਰਾ ਨੇ ਉਹ ਵੀ ਇੱਥੇ ਆਉਂਦੇ ਨੇ, ਗਾਈਡ ਕਰਦੇ ਨੇ ਬੱਚਿਆਂ ਨੂੰ, ਜਿਹੜੇ ਵੀ ਇੱਥੇ ਰੀਡਰ ਆ ਗਏ ਜਿਹੜੇ ਸਟੱਡੀ ਕਰਦੇ ਨੇ ਇੱਥੇ, ਕਿ ਕਿਵੇਂ ਜਿਹੜੇ ਐਗਜ਼ਾਮ ਆ ਉਹਨਾਂ ਦੀ ਤਿਆਰੀ ਕੀਤੀ ਜਾਂਦੀ ਹੈ, ਸਾਰੇ ਤਰੀਕੇ ਤੋਂ ਉਹਨੂੰ ਗਾਈਡ ਵੀ ਕਰਦੇ। ਠੀਕ ਹੈ ਜੀ, ਤਾਂ ਇਹ ਯਾਦ ਰੱਖਿਓ ਜੀ,
जामतारा डिस्ट्रिक्ट का नाम है, झारखंड की ये डिस्ट्रिक्ट है जी। ठीक है, ये पहली डिस्ट्रिक्ट बनी है जिहदे च 118 पिंड आउंदे ते सारे पिंडां दे विच ही लाइब्रेरी। ठीक है, नैक्सट है जी, हाल ही दे विच किहड़ी राज सरकार हर साल 18 दसंबर नूं घट गिनती अधिकार दिवस मनाऊ? तो ऑप्शन ने जी तमिलनाडु, गुजरात, हरियाणा, उड़ीसा। तो ये शुरुआत कर जा रहा है जी तमिलनाडु। ठीक है, 18 दसंबर तो कर जा रही घट गिनती वालों वास्ते ये दिन मनाने की शुरुआत की गई। ਜਿਹੜੇ ट्राइब्स ਦੇ ਵਿੱਚ नहीं ਰਹਿੰਦੇ ਹੁੰਦੇ जी ਉਹਨਾਂ ਵਾਸਤੇ ਇਹ ਸਪੈਸ਼ਲੀ ਸ਼ੁਰੂ ਕੀਤਾ ਗਿਆ ਜੀ। ਉਸ ਜਿਹੜੀਆਂ ਟ੍ਰਾਈਬਸ ਦੀਆਂ ਗਰਲ ਚਾਈਲਡਸ ਨੇ ਉਹਨਾਂ ਦੀ ਐਜੂਕੇਸ਼ਨ ਦੇ ਲਈ ਇਹਦੇ 'ਚ ਕਾਫੀ ਕੁਝ ਰੱਖਿਆ ਗਿਆ ਹੈਗਾ ਜੀ। ਉਹਨਾਂ ਨੇ 2.75 ਕਰੋੜ ਰੁਪਇਆ ਰੱਖਿਆ ਗਿਆ ਹੈਗਾ ਜੀ ਗਰਲ ਚਾਈਲਡਸ ਦੀ ਐਜੂਕੇਸ਼ਨ ਦੇ ਲਈ, ਜਿਹਦੇ 'ਚ ਜਿਹੜੀਆਂ 3rd ਸਟੈਂਡਰਡ ਤੋਂ ਲੈ ਕੇ 5th ਸਟੈਂਡਰਡ ਤੱਕ ਦੀਆਂ ਗਰਲਸ ਨੇ ਉਹਨਾਂ ਨੂੰ ਹਰੇਕ ਮਹੀਨੇ 500 ਰੁਪਇਆ ਵੀ ਦਿੱਤਾ ਜਾਊਗਾ ਤਾਂ ਕਿ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਕੋਈ ਦਿੱਕਤ ਨਾ ਆਵੇ। ਤੇ ਜਿਹੜੀਆਂ 6th ਸਟੈਂਡਰਡ ਆ ਜੀ ਉਹਨਾਂ ਦੇ ਲਈ 1000 ਰੁਪਇਆ ਰੱਖਿਆ ਗਿਆ। ਠੀਕ ਹੈ, ਇਹਨਾਂ ਦੀ ਯੂਨੀਫਾਰਮ ਦੇ ਲਈ ਵੀ 75 ਲੱਖ ਰੁਪਏ ਤੱਕ ਦੀ ਇਹਦੇ 'ਚ ਹੈਗੀ ਹੈ ਜੀ ਪ੍ਰੋਵੀਜ਼ਨ। ਤਾਂ ਕਾਫੀ ਕੁਝ ਕੀਤਾ ਜਾ ਰਿਹਾ ਜੀ ਤਮਿਲਨਾਡੂ ਤੇ। ਜੇ ਤੁਹਾਨੂੰ ਯਾਦ ਹੋਵੇ ਜੀ ਇਸ ਮਹੀਨੇ ਦੀ ਆਪਾਂ ਕਰੰਟ ਅਫੇਅਰ ਦੇ ਵਿੱਚ ਕੀਤਾ ਸੀ ਕਿ 14 ਅਪ੍ਰੈਲ ਨੂੰ ਜਿੱਦਾਂ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਬਰਥ ਐਨਵਰਸਰੀ ਸੀ ਜੀ, ਇਹਨਾਂ ਨੇ ਕਿਆ ਐਲਾਨ ਕੀਤਾ ਸੀ ਕਿ ਆਪਾਂ ਇਕੁਐਲਿਟੀ ਦਿਵਸ ਡੇ ਮਨਾਇਆ ਕਰਾਂਗੇ, ਸਮਾਨਤਾ ਦਿਵਸ ਮਨਾਇਆ ਕਰਾਂਗੇ ਹਰ ਸਾਲ 14 ਅਪ੍ਰੈਲ। ਇਹ ਵੀ ਤੁਸੀਂ ਯਾਦ ਰੱਖੋ, ਪੇਪਰ ਲਈ ਇੰਪੋਰਟੈਂਟ ਕੁਐਸਚਨ ਰਹੂਗਾ ਕਿ ਕਿਹੜੀ ਸਟੇਟ ਨੇ 14 ਅਪ੍ਰੈਲ ਨੂੰ ਇਕੁਐਲਿਟੀ ਡੇ ਸਮਾਨਤਾ ਦਿਵਸ ਮਨਾਉਣ ਦੇ ਲਈ ਐਲਾਨ ਕੀਤਾ। ਠੀਕ ਹੈ ਜੀ, ਤਾਂ ਅੱਗੇ ਚੱਲਦੇ ਹਾਂ ਜੀ। ਆ ਵੀ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਪਹਿਲੀ ਵਾਰੀ ਹੋਣ ਜਾ ਰਿਹਾ ਜੀ। ਪੂਰੀ ਤਰ੍ਹਾਂ ਡਿਜੀਟਲ ਟਿਕਟ ਪ੍ਰਣਾਲੀ ਨਾਲ ਬੱਸ ਸੇਵਾ ਸ਼ੁਰੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਬਣੇਗਾ। ਕਿਹੜਾ ਰਾਜ ਪਹਿਲਾ ਬਣੇਗਾ ਜੀ? ਆਪਸ਼ਨਾਂ ਨੇ ਮਹਾਰਾਸ਼ਟਰ, ਝਾਰਖੰਡ, ਉੱਤਰਾਖੰਡ, ਮਣੀਪੁਰ। ਤਾਂ ਇਹ ਬਣੇਗਾ ਜੀ ਮਹਾਰਾਸ਼ਟਰ। ਮਹਾਰਾਸ਼ਟਰ ਦੇ ਵਿੱਚ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਜਿਹਦੇ 'ਚ ਪੂਰੀ ਤਰ੍ਹਾਂ ਜੀ ਡਿਜੀਟਲ ਤਰੀਕੇ ਦੇ ਨਾਲ ਟਿਕਟ ਬੁਕਿੰਗ ਹੋਊਗੀ। ਜਾਣੀ ਕਿ ਜਿਵੇਂ ਆਪਾਂ ਅੱਜ ਕੱਲ੍ਹ ਦੀਆਂ ਬੱਸਾਂ ਦੇ ਵਿੱਚ ਕੀ ਹੈ ਕਨੈਕਟਰ ਟਿਕਟਾਂ ਕੱਟਦੇ ਆ ਜੀ, ਉਵੇਂ ਨਹੀਂ ਹੈ, ਡਿਜੀਟਲ ਤਰੀਕੇ ਦੇ ਨਾਲ ਹੋਊਗੀ। ਆਨਲਾਈਨ ਟਿਕਟਾਂ ਕੱਟੀਆਂ ਜਾਇਆ ਕਰਨੀਆਂ। ਜਿਵੇਂ ਆ ਤੁਸੀਂ ਦੇਖ ਰਹੇ ਆ ਜੀ ਕਾਰਡ ਦੇ ਨਾਲ ਟਿਕਟ ਬੁੱਕ ਹੋ ਰਹੀ ਆ, ਕਾਰਡ ਰੱਖਿਆ ਹੋਇਆ ਹੈਗਾ ਜੀ ਬੰਦੇ ਦੁਆਰਾ ਤੇ ਆਹ ਮਸ਼ੀਨ ਆ ਜਿਹੜੀ ਟਿਕਟ ਬੁੱਕ ਕਰ ਰਹੀ ਆ। ਜਿਵੇਂ ਗੇਟ ਤੋਂ ਐਂਟਰ ਹੋਇਆ ਕਰੂ ਜੀ ਨਾਲ ਦੀ ਨਾਲ ਆਪਾਂ ਕਈ ਵਾਰੀ ਮੂਵੀਜ਼ ਦੇ ਵਿੱਚ ਵੀ ਦੇਖਿਆ ਹੋਊਗਾ ਜੀ, ਜਿਹੜੀਆਂ ਫੋਰਨ ਦੀਆਂ ਮੂਵੀਜ਼ ਹੁੰਦੀਆਂ ਉਹ 'ਚ ਕੀ ਹੁੰਦਾ ਕਿ ਜਿਹੜਾ ਹੁੰਦਾ ਗਾ ਜਿਵੇਂ ਹੁਣ ਆਪਾਂ ਬੱਸ ਦੇ ਵਿੱਚ ਐਂਟਰ ਹੁੰਦੇ ਨਾਲ ਦੀ ਨਾਲ ਪਹਿਲਾਂ ਟਿਕਟ ਕੱਟੀ ਜਾਂਦੀ ਹੈਗੀ ਆਨਲਾਈਨ ਹੀ, ਜਿਵੇਂ ਆਪਾਂ ਕਹਿੰਦੇ ਮਸ਼ੀਨ ਦੇ ਨਾਲ। ਠੀਕ ਹੈ ਜੀ, ਤਾਂ ਉਵੇਂ ਦਾ ਹੀ ਸ਼ੁਰੂ ਕੀਤਾ ਗਿਆ ਹੈਗਾ ਜੀ ਮਹਾਰਾਸ਼ਟਰ ਦੇ ਵਿੱਚ। ਇਹਨੂੰ ਟੈਪ ਪੇ ਵੀ ਬੋਲਦੇ ਆ ਜੀ। ਤੇ ਇਹਦੇ ਵਾਸਤੇ ਕੀ ਹੈ ਜੀ, ਜਿਹੜਾ ਇਹ ਸ਼ੁਰੂ ਕੀਤਾ ਗਿਆ ਜੀ ਇਹਦਾ ਉਦਘਾਟਨ ਕੀਤਾ ਗਿਆ ਮਹਾਰਾਸ਼ਟਰ ਦੇ ਜਿਹੜੇ ਇਨਵਾਇਰਨਮੈਂਟ ਮਿਨਿਸਟਰ ਨੇ ਜੀ ਆਦਿਤਿਆ ਠਾਕਰੇ ਜੀ, ਉਹਨਾਂ ਦੇ ਦੁਆਰਾ ਇਹਦਾ ਉਦਘਾਟਨ ਕੀਤਾ ਗਿਆ। ਤੇ ਜਿਹੜਾ ਇਹਦਾ ਰੂਟ ਆ ਜੀ ਹੁਣ ਕੱਲਾ ਜਿਹੜਾ ਰੂਟ ਹੈਗਾ ਉਹ ਹੈਗਾ ਜੀ ਗੇਟਵੇ ਆਫ ਇੰਡੀਆ ਤੋਂ ਚਰਚ ਗੇਟ ਤੱਕ ਹੈਗਾ ਜੀ ਇਹਦਾ ਰੂਟ ਫਿਲਹਾਲ। ਠੀਕ ਹੈ, ਤੇ ਇਹਦੇ ਵਾਸਤੇ ਇੱਕ ਐਪ ਵੀ ਲਾਂਚ ਕੀਤੀ ਗਈ ਹੈ ਜੀ, ਚਲੋ ਐਪ ਦਾ ਨਾਮ ਹੈ, ਜਿਹਦੇ ਨਾਲ ਤੁਸੀਂ ਆਨਲਾਈਨ ਟਿਕਟ ਵੀ ਬੁੱਕ ਕਰ ਸਕਦੇ ਹੋ ਇਹਦੀ। ਤੇ ਜਿਹੜੀ ਇਹ ਸ਼ੁਰੂ ਕੀਤੀ ਗਈ ਹੈ ਜੀ ਬੱਸ, ਇਹ ਸ਼ੁਰੂ ਕੀਤੀ ਗਈ ਹੈ ਬੈਸਟ ਦੇ ਦੁਆਰਾ। ਬੈਸਟ ਦੀ ਫੁੱਲ ਫਾਰਮ ਹੈਗੀ ਹੈ ਜੀ ਬ੍ਰਹਮਈ ਬੰਬਈ ਇਲੈਕਟ੍ਰਿਸਿਟੀ ਸਪਲਾਈ ਐਂਡ ਟਰਾਂਸਪੋਰਟ ਦੇ ਦੁਆਰਾ ਇਹ ਬੱਸ ਸਰਵਿਸ ਸ਼ੁਰੂ ਕੀਤੀ ਗਈ ਆ। ਆ ਜਿਹੜੀ ਸਲਾਈਡ ਆ ਇਹਦੇ 'ਚ ਵੀ ਸਾਰਾ ਇਹੀ ਕੁਛ ਹੈ ਜੀ ਜਿਹੜਾ ਮੈਂ ਤੁਹਾਨੂੰ ਬੋਲ ਕੇ ਦੱਸਿਆ ਜੀ। ਠੀਕ ਹੈ, ਕੋਈ ਸਲਾਈਡ ਮਿਸ ਨਹੀਂ ਹੋਏਗੀ, ਆਪਣੀ ਸਾਰੀਆਂ ਸਲਾਈਡਾਂ ਨਾਲ ਚੱਲ ਰਹੀਆਂ ਨੇ। ਉਹ ਜਿਹੜੀ ਫੁੱਲ ਫਾਰਮ ਹੁੰਦੀ ਹੈ ਨੇ ਜੀ ਉਹ ਇੰਗਲਿਸ਼ ਦੇ ਵਿੱਚ ਹੀ ਸਹੀ ਹੁੰਦੀ ਹੈ, ਇਸ ਕਰਕੇ ਹੀ ਮੈਂ ਇਸ ਸਲਾਈਡ ਤੇ ਆ ਗਿਆ ਸੀਗਾ। ਬਾਕੀ ਮੈਂ ਤੁਹਾਨੂੰ ਦੱਸਦਾ ਐਪ ਦਾ ਨਾਮ ਯਾਦ ਰੱਖਿਓ, ਐਪ ਕਿਹੜੀ ਲਾਂਚ ਕੀਤੀ ਗਈ। ਠੀਕ ਹੈ, ਤੇ ਇਹਦਾ ਉਦਘਾਟਨ ਕੀਤਾ ਗਿਆ ਹੈਗਾ ਜੀ ਆਦਿਤਿਆ ਠਾਕਰੇ ਜੀ ਦੇ ਦੁਆਰਾ। ਤੇ ਇਹਦਾ ਰੂਟ ਹੈਗਾ ਗੇਟਵੇ ਆਫ ਇੰਡੀਆ ਤੋਂ ਚਰਚ ਗੇਟ ਤੱਕ ਦਾ ਇਹਦਾ ਰੂਟ ਹੈ। ਤਾਂ ਅੱਜ ਦੇ ਜਿਹੜੇ ਸਾਰੇ ਕੁਐਸਚਨ ਆ ਜੀ ਉਹ ਹੋ ਚੁੱਕੇ ਆ ਕੰਪਲੀਟ। ਤੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਸਾਡੀ ਕਲਾਸ ਅੱਜ ਦੀ ਬਹੁਤ ਵਧੀਆ ਲੱਗੀ ਹੋਣੀ ਆ। ਤੇ ਜੇ ਤੁਹਾਨੂੰ ਕਲਾਸ ਪਸੰਦ ਆਈ ਹੈ ਜੀ ਤਾਂ ਲਾਈਕ ਕਰਕੇ ਸਾਡੀ ਸਾਨੂੰ ਮੋਟੀਵੇਟ ਕਰਿਆ ਕਰੋ ਜੀ, ਸਾਡੇ ਹੌਸਲੇ ਨੂੰ ਵਧਾਇਆ ਕਰੋ ਕਿ ਅਸੀਂ ਵਧੀਆ ਤੋਂ ਵਧੀਆ ਕੰਟੈਂਟ ਤੁਹਾਡੇ ਵਾਸਤੇ ਤਿਆਰ ਕਰਕੇ ਲੈ ਕੇ ਆਈਏ। ਤੇ PDF ਦੇ ਲਈ ਸਾਡੀ ਐਪ ਨੂੰ ਡਾਊਨਲੋਡ ਕਰੋ ਜੀ ਪਲੇ ਸਟੋਰ ਤੋਂ ਜਾ ਕੇ, ਪੋਜ਼ਿਟਿਵ ਵਾਈਬ ਪੰਜਾਬ ਨੂੰ
ਸਟੱਡੀ ਮਟੀਰੀਅਲ ਦੇ ਵਿੱਚ ਜਾ ਕੇ ਤੁਹਾਨੂੰ ਅੱਜ ਦੀ ਕਲਾਸ ਦੀ ਤੇ ਪਹਿਲਾਂ ਦੀ ਕਲਾਸ ਦੀਆਂ ਸਾਰੀਆਂ ਜਿਹੜੀ PDF ਉਹ ਮਿਲ ਜਾਣਗੀਆਂ ਜੀ। ਕਈ ਵਾਰੀ ਕੀ ਹੁੰਦਾ ਕਿ ਥੋੜਾ ਲੇਟ ਹੋ ਜਾਂਦੇ ਆ, ਪਰ ਰੈਗੂਲਰ PDF ਫਸਟ ਕਲਾਸ ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀ ਵੀਡੀਓਜ਼ ਰੈਗੂਲਰ ਡੇਲੀ ਦੀਆਂ ਉਹਦੇ 'ਚ ਅਪਲੋਡ ਹੁਣ ਤੱਕ ਹੋ ਚੁੱਕੀਆਂ ਨੇ ਜੀ। ਤੇ ਜਿਹੜੇ ਹੁਣ ਕੁਐਸਚਨ ਆ ਰਹੇ ਜੀ ਤੁਹਾਡੇ ਹੋਮਵਰਕ ਕੁਐਸਚਨ ਹੈ, ਜਿਨ੍ਹਾਂ ਦੇ ਆਨਸਰ ਤੁਸੀਂ ਸਾਨੂੰ ਕਮੈਂਟਸ ਦੇ ਵਿੱਚ ਭੇਜੋ। ਪਹਿਲਾ ਕੁਐਸਚਨ ਹੈ ਜੀ, ਨੀਤੀ ਆਯੋਗ ਦੇ ਉਪ ਚੇਅਰਮੈਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨੀਤੀ ਆਯੋਗ ਦੇ ਨਵੇਂ ਚੇਅਰਮੈਨ ਦਾ ਨਾਮ ਦੱਸੋ। ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਦੋਨਾਂ ਦਾ ਨਾਮ ਦੱਸਣਾ ਜੀ, ਪਹਿਲਾਂ ਕੌਣ ਸੀਗੇ ਤੇ ਹੁਣ ਕੌਣ ਨਵੇਂ ਬਣੇ ਆ, ਜਾਣੀ ਕਿ ਜਿਹੜੇ ਨਵੇਂ ਬਣੇ ਨੇ ਉਹਨਾਂ ਨੇ ਕਿਹਨਾਂ ਨੂੰ ਰਿਪਲੇਸ ਕੀਤਾ। ਦੋਨਾਂ ਦੇ ਨਾਮ ਤੁਸੀਂ ਸਾਨੂੰ ਕਮੈਂਟਸ ਦੇ ਵਿੱਚ ਭੇਜਣੇ। ਨੈਕਸਟ ਹੈ ਜੀ, ਇਨਕ੍ਰੈਡੀਬਲ ਇੰਡੀਆ ਇੰਟਰਨੈਸ਼ਨਲ ਕਰੂਜ਼ ਕਾਨਫਰੰਸ 2022 ਦੀ ਪਹਿਲੀ ਕਾਨਫਰੰਸ ਕਿੱਥੇ ਆਯੋਜਿਤ ਕੀਤੀ ਗਈ ਹੈ। ਕਿੱਥੇ ਆਯੋਜਿਤ ਕੀਤੀ ਗਈ ਹੈ ਇਹ ਵੀ ਦੱਸਿਓ ਜੀ। ਇਹਦਾ ਇੱਕ ਮੈਸਕਟ ਵੀ ਲਾਂਚ ਕੀਤਾ ਗਿਆ ਹੈ। ਮੈਸਕਟ ਦਾ ਨਾਮ ਵੀ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਭੇਜਿਓ। ਦੋ ਕੁਐਸਚਨ, ਇੱਕ ਵੈਸੇ ਤਾਂ ਇੱਕ ਕੁਐਸਚਨ ਆ, ਦੋਨੇ ਤੁਸੀਂ ਮੈਨੂੰ ਭੇਜਣੇ ਆ। ਕਾਨਫਰੰਸ ਹੋਈ ਕਿੱਥੇ ਹੈ ਜੀ, ਤਾਂ ਮੈਸਕਟ ਕੀ ਹੈ। ਤੇ ਜਿਹੜੇ ਕੁਐਸਚਨ ਹੁੰਦੇ ਆ ਜੀ ਇਹਨਾਂ ਦੇ ਨਾਲ ਕਈ ਵਾਰੀ ਕੋਈ ਕੁਐਸਚਨ ਜੇ ਯਾਦ ਆਉਂਦਾ ਤਾਂ ਇਹਦਾ ਮਤਲਬ ਇਟ ਮੀਨਸ ਉਹ ਕੁਐਸਚਨ ਉਹ ਵੀ ਪੁਆਇੰਟ ਇੰਪੋਰਟੈਂਟ ਹੈ। ਤਾਂ ਤੁਸੀਂ ਦੋਨੇ ਕੁਐਸਚਨਾਂ ਦੇ ਦੋਨੇ ਆਨਸਰ ਮੈਨੂੰ ਭੇਜਣੇ ਨੇ ਜੀ। ਪਹਿਲਾ ਤੁਸੀਂ ਕਿ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਕੌਣ ਬਣੇ ਆ ਜੀ ਤੇ ਉਹਨਾਂ ਨੇ ਰਿਪਲੇਸ ਕਿਹਨਾਂ ਨੂੰ ਕੀਤਾ। ਦੂਜਾ ਹੈਗਾ ਜੀ ਕਾਨਫਰੰਸ ਹੋਈ ਕਿੱਥੇ ਹੈ ਤੇ ਮੈਸਕਟ ਦਾ ਨਾਮ ਕੀ ਹੈ। ਇਹ ਤੁਸੀਂ ਮੈਨੂੰ ਦੋਨੇ ਕਮੈਂਟਸ ਦੇ ਵਿੱਚ ਭੇਜ ਦਿਓ ਜੀ। ਤੇ ਅੱਜ ਦੀ ਕਲਾਸ ਨੂੰ ਆਪਾਂ ਹੁਣ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਤਾਂ ਮਿਲਾਂਗੇ ਕੱਲ ਨੂੰ ਜੀ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।